पंजाबी नैशनल टीवी देख रहे सारे दर्शकों का गुरचरण थिंद वालों बहुत बहुत स्वागत है जी। तुहाडा सारिਆਂ ਦਾ एक बार फिर जी आया करदी हाँ प्रोग्राम गलबात विच। आपां प्रोग्राम गलबात दे विच अक्सर एक मेहमान दे नाल गलबात करदे हां। अज दे मेहमान मेरे नाल ने तानिया भुल्लर। तानिया भुल्लर पंजाबी कम्यूनिटी हैल्थ सर्विसिज दे विच काउंसलर दे वजों काम कर रहे हैं। सो तानिया तुहाडा बहुत बहुत स्वागत है प्रोग्राम गलबात दे विच। थैंक यू गुरचरण जी, मैं बहुत हैप्पी हाँ कि तुसीं इत्थे अपॉर्चुनिटी दित्ती है ते सारिਆਂ ਨੂੰ सत श्री अकाल ते जी आया ਨੂੰ। तेरे नालों ज़्यादा मैं हैप्पी हाँ क्योंकि पंजाबी कम्यूनिटी हैल्थ सर्विसिज किहो जिहियां सेवावां दिंदी है, तुसीं की काम करदे हो। मैं चाहुंदी हाँ भी आपां बड़े विस्तार दे नाल असीं अपने दर्शकों के नाल इस चीज़ की सांझ पाईए। सेहत मैनूं लगदा बड़ी नियामत हुंदी, कहंदे हेल्थ इज़ लॉस्ट एवरीथिंग इज़ लॉस्ट। तानिया तुहाडा जिहड़ा पंजाबी कम्यूनिटी हैल्थ सर्विसिज है, हाँ जी, पहली गल तो इहदे नाल पंजाबी जुड़िया होया। हाँ जी, ये पंजाबी शब्द क्यों जोड़िया इहदे नाल? कि ये सिर्फ पंजाबियों वास्ते ही है? नहीं, एक्चुअली बहुत वधिया क्वेश्चन है। ਇਹ ਜਦੋਂ ਸ਼ੁਰੂ ਹੋਇਆ ਸੀ ਮੇਨਲੀ ਅਸੀਂ ਜਿਵੇਂ ਸਾਊਥ ਏਸ਼ੀਅਨ ਫੈਮਲੀਜ਼ ਤੇ ਸਾਊਥ ਏਸ਼ੀਅਨ ਲੋਕ ਜਿਹੜੇ ਹੈਗੇ ਆ ਕੈਨੇਡਾ 'ਚ ਉਹਨਾਂ ਲਈ ਸ਼ੁਰੂ ਕੀਤਾ ਸੀਗਾ ਟੋਰਾਂਟੋ 'ਚ। ਤੇ ਅਸੀਂ ਕੈਲਗਰੀ 'ਚ ਇਹ ਸ਼ੁਰੂ ਕੀਤਾ 2014 ਸ਼ੁਰੂ ਹੋਇਆ ਸੀ। ਕੈਲਗਰੀ 'ਚ ਇਸ ਲਈ ਸ਼ੁਰੂ ਹੋਇਆ ਸੀ ਕਿਉਂਕਿ ਇੱਥੇ ਲੋਕਾਂ ਨੂੰ ਜਿਹੜੀ ਇਸ਼ੂਜ਼ ਆਉਂਦੇ ਆ ਜੋ ਸਾਊਥ ਏਸ਼ੀਅਨ ਲੋਕ ਹੈਗੇ ਉਹਨਾਂ ਦੇ ਜੇ ਘਰੇਲੂ ਹਿੰਸਾ ਜਾਂ ਫਿਰ ਫੈਮਿਲੀ ਕੌਨਫਲਿਕਟ ਹੁੰਦੀ ਆ, ਮੈਂਟਲ ਹੈਲਥ ਇਸ਼ੂਜ਼ ਹੁੰਦੇ ਆ, ਐਡਿਕਸ਼ਨ ਇਸ਼ੂਜ਼ ਹੁੰਦੇ ਆ, ਇਹ ਜਿਹੜੀ ਇਸ਼ੂਜ਼ ਆ ਉਹਨਾਂ ਨੂੰ ਸਪੋਰਟ ਕਰਨ ਲਈ ਇਹ ਇੱਥੇ ਸ਼ੁਰੂ ਹੋਇਆ ਸੀ। ਕਮਿਊਨਿਟੀ ਮੈਂਬਰਸ ਨੇ ਇਹ ਉਹਨਾਂ ਨੂੰ ਲੱਗਿਆ ਕਿ ਇੱਥੇ ਲੋੜ ਹੈਗੀ ਹੈ ਇਸ ਸਰਵਿਸਿਜ਼ਾਂ ਦੀ, ਤਾਂ ਉਹਨਾਂ ਨੇ ਟੋਰਾਂਟੋ ਜਿਹੜਾ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਸ਼ੁਰੂ ਹੋਇਆ ਸੀ ਉਹਨਾਂ ਨਾਲ ਗੱਲ ਕਰਕੇ ਉਹਨਾਂ ਤੋਂ ਮਟੀਰੀਅਲ ਲੈ ਕੇ ਅਸੀਂ on their basis ਅਸੀਂ ਇੱਥੇ ਕੈਲਗਰੀ 'ਚ ਸ਼ੁਰੂ ਕੀਤਾ। ਗੱਲ ਇਹ ਕਿ ਹੋਰ ਵੀ ਮੈਂ ਵੇਖਿਆ ਕਿ ਕਾਫੀ ਜਗ੍ਹਾ ਤੇ ਜਿਵੇਂ ਡੋਮੈਸਟਿਕ ਵਾਇਲੈਂਸ ਦੀ ਤੁਸੀਂ ਗੱਲ ਕੀਤੀ ਆ, ਇਹ ਸਭ ਤੋਂ ਵੱਡੀ ਪ੍ਰੋਬਲਮ ਇਹੋ ਹੀ ਹੈਗੀ ਆ। ਤੇ ਇਹ ਸੇਵਾਵਾਂ ਹੋਰ ਵੀ ਜਗ੍ਹਾ ਤੋਂ ਮਿਲਦੀਆਂ ਨੇ। ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਵਿੱਚ ਕਿਹੜੀ ਚੀਜ਼ ਖਾਸ ਹੈ? ਕੋਈ ਕਿਸ ਕਿਸਮ ਦੀਆਂ ਵੱਖਰੀਆਂ ਸੇਵਾਵਾਂ ਮਿਲਦੀਆਂ ਨੇ? ਕੋਈ ਵੱਖਰਾ ਤਰੀਕਾ ਸੇਵਾਵਾਂ ਦੇਣ ਦਾ? ਬਿਲਕੁਲ, ਇਹਦੇ 'ਚ ਅਸੀਂ ਤਿੰਨ ਚੀਜ਼ਾਂ ਦੇਖਦੇ ਹਾਂ। ਇੱਕ ਤਾਂ ਅਸੀਂ ਬਹੁਤ ਫਲੈਕਸੀਬਲ ਹੈਗੇ ਹਾਂ। ਜਦੋਂ ਤੋਂ ਅਸੀਂ ਸ਼ੁਰੂ ਕੀਤਾ ਵਾ ਅਸੀਂ ਜਿੱਥੇ ਵੀ ਕਲਾਇੰਟ ਹੈਗਾ ਅਸੀਂ ਉੱਥੇ ਉਹਨਾਂ ਨੂੰ ਮਿਲ ਕੇ ਉਹਨਾਂ ਦਾ ਸਪੋਰਟ ਕਰਦੇ ਹਾਂ ਫਿਜ਼ੀਕਲੀ ਤੇ ਜਿਵੇਂ ਇਵਨ ਸਾਈਕੋਲੋਜੀਕਲੀ। ਉਹਨਾਂ ਦੀ ਸਟੇਟ ਕਿੱਥੇ ਆ, ਕੀ ਉਹਨਾਂ ਨੂੰ ਸਪੋਰਟ ਦੀ ਲੋੜ ਆ, ਤੇ ਅਸੀਂ ਰੈਪ ਅਰਾਊਂਡ ਸਰਵਿਸਿਜ਼ ਕਰਦੇ ਹਾਂ। ਇਹਦਾ ਮਤਲਬ ਇਹ ਹੈ ਕਿ ਜਦੋਂ ਕਲਾਇੰਟਸ ਆ ਕੇ ਸਾਨੂੰ ਆਪਦੀ ਪ੍ਰੋਬਲਮਸ ਦੱਸਦੇ ਆ, ਹਮੇਸ਼ਾ ਕਦੇ ਪ੍ਰੋਬਲਮ ਸਿੰਪਲ ਨਹੀਂ ਹੁੰਦੀ। ਆਈ ਨਹੀਂ ਹੁੰਦਾ ਕਿ ਇਹ ਮੇਰੀ ਖਰਾਬ ਆ ਇਹ ਚੀਜ਼, ਹਮੇਸ਼ਾ ਪ੍ਰੋਬਲਮ ਕੰਪਲੈਕਸ ਹੁੰਦੀ ਹੈ, ਬਹੁਤ ਕਾਫੀ ਡਿਫਰੈਂਟ ਐਂਗਲਸ ਤੋਂ ਇਸ਼ੂਜ਼ ਹੁੰਦੇ ਆ। ਸੋ ਅਸੀਂ ਟਰਾਈ ਕਰਦੇ ਹਾਂ ਜਿੰਨੀ ਅਸੀਂ ਉਹਨਾਂ ਨੂੰ ਹੈਲਪ ਕਰ ਸਕਦੇ ਹਾਂ ਇੱਕ ਕਨਸੈਪਟ 'ਤੇ ਹੈਲਪ ਕਰਦੇ ਹਾਂ, ਅਤੇ ਜੇ ਅਸੀਂ ਉਹ ਸਰਵਿਸਿਜ਼ ਨਹੀਂ ਪ੍ਰੋਵਾਈਡ ਕਰਦੇ ਅਸੀਂ ਉਹਨਾਂ ਨੂੰ ਕਨੈਕਟ ਕਰਦੇ ਹਾਂ ਹੋਰ ਕਮਿਊਨਿਟੀ ਰੀਸੋਰਸਿਸ 'ਤੇ। ਸੋ ਸ਼ੁਰੂ ਤੋਂ ਲੈ ਕੇ ਅਸੀਂ ਇੱਕ ਕੰਪਲੀਟ ਅਸੈਸਮੈਂਟ ਕਰਦੇ ਹਾਂ ਤਾਂ ਕਿ ਸਾਨੂੰ ਪਤਾ ਚੱਲੇ ਕਿ ਕੋਈ ਫਾਈਨੈਂਸ਼ੀਅਲ ਇਸ਼ੂਜ਼ ਵੀ ਹੈਗੇ ਆ, ਕੋਈ ਘਰੇਲੂ ਡਾਇਨਾਮਿਕਸ ਇਸ਼ੂਜ਼ ਵੀ ਹੈਗੇ ਆ। ਸੋ ਇੱਕ ਤਾਂ ਇਹ ਅਸੀਂ ਪੂਰੀ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਦੂਜੀ ਗੱਲ ਇਹ ਆ ਕਿ ਅਸੀਂ ਜਿਹੜੀ ਸਰਕਲ ਆਫ ਕੇਅਰ, ਸੋ ਅਸੀਂ ਜਿਹੜੇ ਕਲਾਇੰਟ ਆਉਂਦੇ ਆ ਕਾਫੀ ਟਾਈਮ ਕਲਾਇੰਟ ਆ ਕੇ ਕਹਿੰਦੇ ਆ ਠੀਕ ਹੈ ਮੇਰੇ ਬੇਟੇ ਨੂੰ ਇਹ ਪ੍ਰੋਬਲਮ ਆ, ਮੇਰੇ ਹਸਬੈਂਡ ਦੀ ਇਹ, ਤਾਂ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਜਾਓ ਬੇਟੇ ਨੂੰ ਭੇਜੋ ਫਿਰ ਹੀ ਅਸੀਂ ਠੀਕ ਹੋਗਾ। ਅਸੀਂ ਉਹਨਾਂ ਨੂੰ ਵੀ ਸਪੋਰਟ ਕਰਦੇ ਹਾਂ ਜਿਹੜੀ ਫੈਮਿਲੀ ਮੈਂਬਰਸ ਆਉਂਦੇ ਆ, ਕਿਉਂਕਿ ਅਸੀਂ ਹਿਊਮਨ ਬੀਇੰਗਸ ਸੋਸ਼ਲ ਐਨੀਮਲਸ ਹੈਗੇ ਹਾਂ। ਅਸੀਂ ਇੱਕ ਦੂਜੇ ਨਾਲ ਰਿਲੇਸ਼ਨਸ਼ਿਪ ਸਾਡਾ ਬਹੁਤ ਇੰਪੋਰਟੈਂਟ ਹੁੰਦਾ। ਜਦੋਂ ਉੱਥੇ ਖਰਾਬ ਹੁੰਦਾ ਅੰਦਰੂਨੀ ਤੁਹਾਨੂੰ ਖੁਸ਼ੀ ਘੱਟ ਜਾਂਦੀ ਹੈ ਰਾਈਟ ਬੰਦੇ ਦੀ। ਸੋ ਅਸੀਂ ਡੈਫੀਨੇਟਲੀ ਕਿਸੇ ਨੂੰ ਟਰਨ ਅਵੇ ਨਹੀਂ ਕਰਦੇ, ਜਿੰਨਾ ਉਹਨਾਂ ਨੂੰ ਸਪੋਰਟ ਦੇ ਸਕਦੇ ਹਾਂ ਉਹਨਾਂ ਦੇ ਦਿੰਦੇ ਹਾਂ, ਅਤੇ ਅੱਗੇ ਉਹਨਾਂ ਨੂੰ ਟਿਪਸ ਦਿੰਦੇ ਹਾਂ ਕਿ ਕਿਵੇਂ ਉਸ ਡਿਫੀਕਲਟ ਪਰਸਨ ਨਾਲ ਡੀਲ ਕਰਨਾ ਜਾਂ ਜੋ ਵੀ ਹੈਗਾ, ਜਿਹੜਾ ਵੀ ਰੈਡੀ ਹੈਗਾ ਉਹਨਾਂ ਨੂੰ ਅਸੀਂ ਹੈਲਪ ਦਿੰਦੇ ਹਾਂ। ਆਪਾਂ ਗੱਲ ਕਰ ਰਹੇ ਹੈਲਪ ਦਿੰਦੇ ਹਾਂ, ਮੈਨੂੰ ਲੱਗਦਾ ਕਿ ਆਪਾਂ ਇੱਕ ਗੱਲ ਮਿਸ ਕਰ ਗਏ ਹਾਂ। ਇੱਕ ਤਾਂ ਡੋਮੈਸਟਿਕ ਵਾਇਲੈਂਸ ਦੇ ਵਿੱਚ ਹੈਲਪ ਦਿੰਦੇ ਆ, ਕੋਈ ਹੋਰ ਵੀ ਹੈਗੀਆਂ ਸਰਵਿਸਿਜ਼ ਜਿਹੜੀਆਂ ਤੁਸੀਂ ਕਮਿਊਨਿਟੀ ਨੂੰ ਪ੍ਰੋਵਾਈਡ ਕਰਵਾਉਂਦੇ? ਬਿਲਕੁਲ, ਸੋ ਅਸੀਂ ਮੇਨਲੀ ਕਾਉਂਸਲਿੰਗ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ। ਕਾਉਂਸਲਿੰਗ ਦਾ ਮਤਲਬ ਹੈਗਾ ਅਸੀਂ ਮੈਂਟਲ ਹੈਲਥ, ਜਿਹੜੀ ਮੈਂਟਲ ਹੈਲਥ ਇਸ਼ੂਜ਼ ਹੁੰਦੇ ਆ ਜਿਵੇਂ ਡਿਪਰੈਸ਼ਨ, ਐਨਜ਼ਾਈਟੀ, ਕੀ ਕਹਿੰਦੇ ਆ ADHD, ਤੇ ਬਹੁਤ ਸਾਰੇ ਕੰਪਲੈਕਸ ਇਸ਼ੂਜ਼ ਵੀ ਹੁੰਦੇ ਆ, ਐਡਿਕਸ਼ਨ ਵੀ ਪਾਰਟ ਹੈਗਾ ਉਹਦੇ 'ਤੇ। ਅਤੇ ਉਹਦੇ ਬਾਅਦ ਫੈਮਿਲੀ ਕੌਨਫਲਿਕਟ, ਸੋ ਫੈਮਿਲੀ 'ਚ ਜੇ ਪ੍ਰੋਬਲਮ ਆ ਜਾਂਦੀਆਂ, ਫੈਮਿਲੀ ਹਸਬੈਂਡ
ਹਸਬੈਂਡ ਐਂਡ ਵਾਈਫ ਦੇ ਵਿੱਚ, ਇਨ-ਲॉज ਦੇ ਵਿੱਚ, ਪੈਰੈਂਟਿੰਗ ਇਸ਼ੂ, ਸਾਰੀ ਬੇਸਿਕਲੀ ਚੀਜ਼ਾਂ ਤੇ ਵੀ ਕਵਰ ਪ੍ਰੀਟੀ ਮਚ ਦ ਹੋਲ ਰੇਂਜ, ਤੇ ਅਸੀਂ ਕਾਉਂਸਲਿੰਗ ਸਰਵਿਸਿਜ਼ ਨਾਲ ਹੈਲਪ ਕਰਦੇ ਹਾਂ। ਇਹਦੇ ਵਿੱਚ ਤੁਸੀਂ ਜਿਵੇਂ ਡੋਮੈਸਟਿਕ ਵਾਇਲੈਂਸ ਹੋ ਗਿਆ ਹੈ ਨਾ, ਘਰਾਂ ਦੇ ਵਿੱਚ ਲੜਾਈ ਝਗੜੇ, ਕੌਨਫਲਿਕਟਸ ਅਕਸਰ ਹੋ ਜਾਂਦੀਆਂ ਨੇ, ਇਸੇ ਤਰ੍ਹਾਂ ਹੀ ਐਡਿਕਸ਼ਨ ਹੈ, ਬਹੁਤ ਸਾਰੇ ਜਿਹੜੇ ਨੇ ਉਹ ਨਸ਼ਿਆਂ ਤੇ ਲੱਗ ਜਾਂਦੇ ਨੇ, ਤੁਸੀਂ ਇਹ ਸਰਵਿਸਿਜ਼ ਜਿਹੜੀਆਂ ਨੇ ਸਾਊਥ ਏਸ਼ੀਅਨ ਲੋਕਾਂ ਨੂੰ ਪ੍ਰੋਵਾਈਡ ਕਰਦੇ ਹੋ। ਸਾਊਥ ਏਸ਼ੀਅਨਸ ਦੇ ਵਿੱਚ ਜਿਵੇਂ ਆਪਣੇ ਇੰਡੀਅਨ ਆ ਗਏ, ਸ੍ਰੀਲੰਕਨ ਆ ਗਏ, ਬੰਗਲਾਦੇਸ਼ੀ ਆ ਗਏ, ਪਾਕਿਸਤਾਨੀ ਆ ਗਏ, ਮੇਰੇ ਖਿਆਲ ਇਹੀ ਵੱਖ-ਵੱਖ ਲੋਕ ਹੈਗੇ ਨੇ। ਮੈਂ ਚਾਹੁੰਦੀ ਹਾਂ ਕਿ ਤਾਨੀਆ ਤੁਸੀਂ ਇਹ ਦੱਸੋ ਬਈ ਕੀ ਉੱਥੇ ਤੁਹਾਨੂੰ ਆਪਣੀ ਭਾਸ਼ਾ ਦੇ ਵਿੱਚ ਵੀ ਸੇਵਾਵਾਂ ਮਿਲ ਜਾਂਦੀਆਂ? ਹਾਂ ਬਿਲਕੁਲ, ਕਿਉਂਕਿ ਮੈਂ ਵੇਖਿਆ ਕਿ ਇੱਥੇ ਲੈਂਗੁਏਜ ਬੈਰੀਅਰ ਬਹੁਤ ਹੈ। ਜਿਵੇਂ ਹੁਣ ਆਪਾਂ ਡੋਮੈਸਟਿਕ ਵਾਇਲੈਂਸ ਦੀ ਗੱਲ ਕਰਦੇ ਹਾਂ, ਕਈ ਲੋਕੀ ਜਾਣਦੇ ਹੀ ਨਹੀਂ ਹੈ ਕਿ ਸਾਡੇ ਕੋਲ ਤਾਂ ਅੰਗਰੇਜ਼ੀ ਨਹੀਂ ਸਮਝ ਲੱਗਣੀ। ਬਿਲਕੁਲ। ਸੋ ਕੀ ਇਹ PCHS ਕੁਝ ਵੱਖਰਾ ਕਰਦਾ ਇਸ ਕੰਮ? ਇਹ ਮੇਨ ਰੀਜ਼ਨ ਸੀਗੀ ਸ਼ੁਰੂ ਕਰਨ ਲਈ, ਕਿਉਂਕਿ ਜਿਹੜੇ ਸਾਡੀ ਕਮਿਊਨਿਟੀ ਹੈਗੀ ਆ ਕੈਲਗਰੀ 'ਚ ਸਪੈਸ਼ਲੀ, ਉਹਨਾਂ ਦੇ ਇਸ਼ੂਜ਼ ਹੁੰਦੇ ਆ ਜਿਵੇਂ ਸਾਰੇ ਬਾਕੀ ਕਮਿਊਨਿਟੀਜ਼ ਵੀ ਹੁੰਦੇ ਆ, ਪਰ ਜਦੋਂ ਉਹ ਮੇਨ ਸਟਰੀਮ ਜਿਹੜੀ ਸਰਵਿਸਿਜ਼ ਹੈਗੀਆਂ ਇੰਗਲਿਸ਼ 'ਚ ਜਾਂ ਪੇਪਰ ਵਰਕ ਹੁੰਦੇ ਆ, ਉਹ ਦੇਖ ਕੇ ਡਰ ਜਾਂਦੇ ਆ, ਜਾਂ ਡਾਕਟਰ ਨੂੰ ਮੈਂਟਲ ਹੈਲਥ ਹੋ ਗਿਆ, ਉਹ ਸਮਝ ਨਹੀਂ ਆਉਂਦਾ ਉਹਨੂੰ, ਇਹ ਵੱਡੇ ਵਰਡ ਸਟਿਗਮੈਟਾਈਜ਼ ਹੈਗੇ ਆ, ਸੋ ਉਹਨਾਂ ਨੂੰ ਜ਼ਿਆਦਾ ਉਹ ਸਰਵਿਸਿਜ਼ ਐਕਸੈਸ ਨਹੀਂ ਕਰ ਰਹੇ ਜਿਹੜੀ ਹੈਗੀਆਂ ਇੱਥੇ। ਸੋ ਉਹਨਾਂ ਲਈ ਅਸੀਂ ਸਾਰਾ ਕੁਛ ਪੰਜਾਬੀ 'ਚ, ਉਰਦੂ 'ਚ, ਹਿੰਦੀ 'ਚ, ਡਿਪੈਂਡਿੰਗ ਔਨ ਜਿੱਥੇ ਉਹ ਕੰਫਰਟੇਬਲ ਹੈਗੇ ਆ ਉਸ ਲੈਂਗੁਏਜ 'ਚ ਅਸੀਂ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ। ਤਾਂ ਅਸੀਂ ਜਿਹੜੇ ਮੁਸ਼ਕਿਲ ਕਨਸੈਪਟਸ ਆ ਜੋ ਅੰਡਰਸਟੈਂਡਿੰਗ 'ਚ ਲੋਸਟ ਹੋਈ ਆ, ਉਹ ਵੀ ਬ੍ਰੇਕ ਡਾਊਨ ਕਰਕੇ, ਜਿਵੇਂ ਸਾਈਕੋ ਐਜੂਕੇਸ਼ਨਲ ਉਹਨੂੰ ਅਸੀਂ ਕਹਿੰਦੇ ਹਾਂ, ਦੈਟ ਮੀਨਸ ਥੋੜ੍ਹਾ ਐਜੂਕੇਸ਼ਨਲ ਪਾਰਟ ਵੀ ਹੈਗਾ ਜਿੱਥੇ ਅਸੀਂ ਅਵੇਅਰਨੈਸ ਦਿੰਦੇ ਹਾਂ ਚੀਜ਼ਾਂ 'ਚ, ਡਰੱਗਸ ਹੁੰਦੀ ਕੀ ਆ, ਨਸ਼ਾ ਕਿਵੇਂ ਬੋਡੀ 'ਤੇ ਇਫੈਕਟ ਕਰਦਾ, ਐਡਿਕਸ਼ਨ ਕੀ ਹੁੰਦੀ ਆ, ਕਿਵੇਂ ਵੱਧਦੀ ਆ, ਉਹ ਐਜੂਕੇਸ਼ਨ ਪੀਸ ਵੀ ਅਸੀਂ ਕਰਦੇ ਹਾਂ ਇਨ ਐਡੀਸ਼ਨ ਟੂ ਕਾਉਂਸਲਿੰਗ। ਬਿਲਕੁਲ ਠੀਕ ਹੈ। ਤੇ ਤੁਸੀਂ ਉੱਥੇ ਐਜ਼ ਏ ਕਾਉਂਸਲਰ ਕੰਮ ਕਰਦੇ ਹੋ? ਹਾਂਜੀ। ਹੋਰ ਕਿੰਨਾ ਕੁ ਸਟਾਫ ਹੈ ਤੁਹਾਡੇ ਕੋਲ? ਸਾਡੇ ਕੋਲ 4 ਫੁੱਲ ਟਾਈਮ ਕਾਉਂਸਲਰਸ ਹੈਗੇ ਆ ਤੇ ਆਊਟਰੀਚ ਵਰਕਰ ਹੈਗੇ ਆ। ਸੋ ਅਸੀਂ ਸ਼ੁਰੂ ਹੋਏ ਸੀ ਆਈ ਥਿੰਕ 2014 'ਚ ਇੱਕ ਜਾਂ 2 ਕੇਸ ਵਰਕਰਸ ਤੋਂ, ਤੇ ਹੌਲੀ ਅਸੀਂ ਵੱਧਦੇ ਆ। ਆਈ ਥਿੰਕ ਇੱਕ ਟਾਈਮ ਤੇ ਸਾਡੇ 5 ਸੀਗੇ, ਰਾਈਟ ਨਾਓ ਆਈ ਥਿੰਕ ਇੱਕ ਵੈਕੇਸ਼ਨ ਜਾਂ ਲੀਵ ਤੇ ਹੈਗੇ ਆ। ਪਰ ਇੱਕ ਚੀਜ਼ ਅਸੀਂ ਨੋਟਿਸ ਕੀਤੀ ਹੈ ਕਿ ਐਵਰੀ ਈਅਰ ਜਦੋਂ ਤੋਂ ਓਪਨ ਹੋਏ ਆ, ਐਵਰੀ ਈਅਰ ਸਾਡੇ ਜਿਹੜੇ ਨੰਬਰ ਆਫ ਕਲਾਇੰਟਸ ਆਉਂਦੇ ਆ ਇਟਸ ਹਰ ਸਾਲ ਇਨਕਰੀਜ਼ ਹੁੰਦੇ ਰਹਿੰਦੇ ਆ। ਅੱਛਾ, ਹਾਂ, ਤੁਸੀਂ ਕਲਾਇੰਟਸ ਦੀ ਗੱਲ ਕੀਤੀ ਹੈ, ਤੁਹਾਡੇ ਤੱਕ ਕਲਾਇੰਟਸ ਆਪਣੇ ਆਪ ਆ ਜਿਹਨੂੰ ਕੌਣ ਚਾਹੂਗਾ ਵੀ ਮੈਂ ਘਰ ਦੀ ਲੜਾਈ ਆ ਤੇ ਮੈਂ ਲੋਕਾਂ ਨੂੰ ਬਾਹਰ ਜਾ ਕੇ ਦੱਸਾਂ? ਰਾਈਟ, ਬਿਲਕੁਲ। ਕਿਵੇਂ ਫਿਰ ਤੁਹਾਡੇ ਕੋਲ ਕਲਾਇੰਟ ਆਉਂਦੇ? ਹੁਣ ਜਿਵੇਂ ਡਰੱਗ ਗਿਆ, ਕੋਈ ਡਰੱਗਸ ਲੈਂਦਾ ਆ, ਇਹ ਕੀ ਮਾਪੇ ਚਾਹਣਗੇ ਵੀ ਅਸੀਂ ਜਾ ਕੇ ਦੱਸੀਏ ਵੀ ਸਾਡਾ ਮੁੰਡਾ ਜਿਹੜਾ ਨਸ਼ੇ ਕਰਦਾ? ਕਲਾਇੰਟਸ ਕਿਵੇਂ ਪਹੁੰਚਦੇ ਤੁਹਾਡੇ ਕੋਲ? ਕੋਈ ਐਡਵਰਟਾਈਜ਼ਮੈਂਟ ਕਰਦੇ ਹੋ ਜਾਂ ਕਿਸ ਤਰੀਕੇ ਦੇ ਨਾਲ ਆਉਂਦੇ ਨੇ? ਸੋ ਸਾਡਾ ਇੱਕ ਆਊਟਰੀਚ ਪ੍ਰੋਗਰਾਮ ਹੈਗਾ, ਉਹਦੇ ਨਾਲ ਅਸੀਂ ਐਡਵਰਟਾਈਜ਼ ਕਰਦੇ ਹਾਂ, ਪਰ ਸਾਨੂੰ ਜਿਵੇਂ ਰਿਫਰਲ ਆਉਂਦੇ ਆ ਕਿ ਪੁਲਿਸ ਤੋਂ, ਪ੍ਰੋਬੇਸ਼ਨ ਤੋਂ, ਚਾਈਲਡ ਐਂਡ ਫੈਮਿਲੀ ਸਰਵਿਸਿਜ਼ ਤੋਂ, ਜਿਹੜੇ ਸਾਊਥ ਏਸ਼ੀਅਨ ਕਮਿਊਨਿਟੀ ਇਸ ਚੀਜ਼ਾਂ 'ਤੇ ਫਸ ਜਾਂਦੀ ਹੈ ਤੇ ਉਹਨਾਂ ਨੂੰ ਜਿਵੇਂ ਕਲਾਸਿਸ ਚਾਹੀਦੀਆਂ, ਐਜੂਕੇਸ਼ਨ ਚਾਹੀਦੀ ਹੈ ਜਾਂ ਕਾਉਂਸਲਿੰਗ ਦੀ ਲੋੜ ਹੁੰਦੀ ਆ, ਉਹ ਸਾਨੂੰ ਰੈਫਰ ਕਰਦੇ ਆ। ਅਸੀਂ ਰੇਡੀਓ 'ਤੇ ਜਾਂਦੇ ਆ, ਉਹ ਸੁਣ ਕੇ ਕਦੇ ਲੋਕ ਆ ਜਾਂਦੇ ਆ। ਸੋ ਜਦੋਂ ਲੋਕ ਆਉਂਦੇ ਆ ਕਹਿੰਦੇ ਆ ਮੈਂ ਬਸ ਤੁਹਾਡੀ ਗੱਲ ਰੇਡੀਓ 'ਤੇ ਸੁਣੀ ਆ, ਮੈਂ ਤੁਹਾਡੇ ਬਾਰੇ ਸੁਣਿਆ ਤੇ ਮੈਂ ਆ ਕੇ ਹੈਲਪ ਚਾਹੁੰਦਾ ਮੈਂਟਲ ਹੈਲਥ ਲਈ ਜਾਂ ਮੇਰੇ ਘਰ 'ਚ, ਸਾਨੂੰ ਇੰਨੀ ਖੁਸ਼ੀ ਹੁੰਦੀ ਹੈ ਕਿਉਂਕਿ ਲੋਕ ਆਪੇ ਆਉਂਦੇ ਆ। ਦੈਟ ਮੀਨਸ ਉਹਨਾਂ ਨੂੰ ਪਤਾ ਕਿ ਦੇਰ ਸਮਥਿੰਗ, ਕੁਛ ਚੀਜ਼ ਹੈਗੀ ਹੈ ਜਿਹੜੀ ਉਹਨਾਂ ਨੂੰ ਠੀਕ ਨਹੀਂ ਲੱਗ ਰਹੀ ਤੇ ਉਹਨਾਂ ਨੂੰ ਸਪੋਰਟ ਦੀ ਲੋੜ ਆ, ਤੇ ਹੈਗਾ ਸਪੋਰਟ ਤੇ ਉਹ ਜਾ ਕੇ ਐਕਸੈਸ ਕਰਦੇ ਆ। ਸੋ ਇਹ ਬਹੁਤ ਵਧੀਆ ਗੱਲ ਆ, ਜਿੰਨੇ ਜ਼ਿਆਦਾ ਸਾਡੇ ਸੈਲਫ ਲੋਕ ਜਦੋਂ ਆਪੇ ਆਉਂਦੇ ਆ, ਰਾਈਟ, ਜਦੋਂ ਪ੍ਰੋਬਲਮ ਜ਼ਿਆਦਾ ਵਧਣ ਤੋਂ ਪਹਿਲਾਂ ਜਿਹੜੇ ਆ ਜਾਂਦੇ ਆ, ਜ਼ਿਆਦਾ ਚਾਂਸਿਸ ਆ ਰਿਕਵਰੀ ਦੀ, ਰਾਈਟ। ਐਂਡ ਇੱਕ ਹੋਰ ਚੀਜ਼, ਓਬਵੀਅਸਲੀ ਸਾਡੀ ਸਰਵਿਸਿਜ਼ ਫ੍ਰੀ ਹੈਗੀਆਂ ਬਿਕਾਜ਼ ਅਸੀਂ ਫੰਡਿੰਗ 'ਤੇ ਕੰਮ ਕਰਦੇ ਹਾਂ। ਅਸੀਂ ਗਵਰਨਮੈਂਟ ਨੂੰ ਫੰਡਿੰਗ ਮੰਗਦੇ ਆ, ਕਹਿੰਦੇ ਕਿ ਇੰਨੇ ਕਲਾਇੰਟਸ ਹੈਗੇ ਆ ਜਿਨ੍ਹਾਂ ਨੂੰ ਲੋੜ ਆ, ਸੋ ਸਾਨੂੰ ਫੰਡਿੰਗ ਦਿਓ ਤਾਂ ਕਿ ਅਸੀਂ ਉਹਨਾਂ ਨੂੰ ਫ੍ਰੀ 'ਚ ਸਰਵਿਸਿਜ਼ ਪ੍ਰੋਵਾਈਡ ਕਰ ਸਕੀਏ। ਬਿਲਕੁਲ ਠੀਕ ਹੈ, ਬਹੁਤ ਅੱਛਾ ਕੰਮ ਕਰ ਰਹੇ ਹੋ, ਬਹੁਤ ਵਧੀਆ। ਮੈਨੂੰ ਤਾਂ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਤੋਂ ਲੱਗਾ ਸੀ ਵੀ ਦਵਾਈਆਂ ਵੰਡਣ ਵਾਲੇ ਹੋਣੇ, ਜਿਵੇਂ ਅਕਸਰ ਹੁੰਦਾ ਨਾ ਬਈ ਸਿਹਤ ਦਾ ਧਿਆਨ ਰੱਖਦੇ ਨੇ ਤੇ ਦਵਾਈਆਂ ਵੰਡਦੇ ਨੇ। ਇੱਥੇ ਤਾਂ ਹੋਰ ਹੀ ਸਿਹਤ ਦੀ ਗੱਲ ਹੋ ਰਹੀ ਹੈ ਕਿ ਸਿਹਤ ਜਿਹੜੀ ਹੈ ਤੁਹਾਡੀ ਖਰਾਬ ਹੋ ਸਕਦੀ ਹੈ ਜੇ ਤੁਸੀਂ, ਤੁਹਾਡੇ ਘਰਾਂ ਦੇ ਵਿੱਚ ਕੋਈ ਵਾਇਲੈਂਸ ਹੈ, ਡੋਮੈਸਟਿਕ ਵਾਇਲੈਂਸ ਹੈ, ਘਰੇਲੂ ਹਿੰਸਾ ਹੈ, ਲੜਾਈ ਝਗੜਾ ਜ਼ਿਆਦਾ ਹੋ ਰਿਹਾ, ਬੱਚੇ ਵਿਚਾਰੇ ਘਬਰਾ ਜਾਂਦੇ ਆ, ਹੈਨਾ, ਤੇ ਘਰ ਦੇ ਵਿੱਚ ਜੇ ਵਡੇਰੇ ਬੈਠੇ ਨੇ ਤੇ ਉਹਨਾਂ ਦੇ ਮਨ ਤੇ ਵੀ ਅਸਰ ਹੁੰਦਾ, ਜਿਹੜੇ ਲੜ ਰਹੇ ਨੇ ਉਹਨਾਂ ਦੇ ਤਾਂ ਹੋਣਾ ਹੀ ਹੋਣਾ। ਇਸੇ ਤਰ੍ਹਾਂ ਹੀ ਹੁਣ ਬੱਚੇ ਜਿਹੜੇ ਨੇ ਨਸ਼ਿਆਂ 'ਚ ਫਸ ਗਏ, ਕਿਸੇ ਬਾਈ ਚਾਂਸ ਪਤਾ ਨਹੀਂ ਸਕੂਲੋਂ ਫਸ ਕੇ ਆ ਗਏ ਜਾਂ ਕਿੱਥੋਂ ਆ ਗਏ, ਤਾਂ ਸਾਨੂੰ ਪਤਾ ਤੇ ਹੋਵੇ ਕਿ ਸਾਡੇ ਕੋਲ ਕਿਹੜਾ ਪੰਜਾਬੀ ਕਮਿਊਨਿਟੀ ਨਾਲ ਰਿਲੇਟਡ ਸੈਂਟਰ ਹੈ ਜਿੱਥੇ ਅਸੀਂ ਜਾ ਕੇ ਸੇਵਾਵਾਂ ਲੈ ਸਕਦੇ ਹਾਂ। ਸੋ ਇਹ ਇੱਕ ਬਹੁਤ ਹੀ ਵਧੀਆ ਗੱਲ ਹੈ ਕਿ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਜਿਹੜੀਆਂ ਇੱਥੇ ਕੰਮ ਕਰ ਰਹੀਆਂ। ਤੇ ਤਾਨੀਆ, ਮੈਂ ਤੁਹਾਨੂੰ ਦੱਸਾਂ ਕਿ ਮੈਨੂੰ ਵੀ
ਜਦੋਂ ਮੈਂ ਆਈ ਹਾਂ ਨਾ ਕੈਨੇਡਾ, ਮੈਨੂੰ ਵੀ ਨਹੀਂ ਸੀ ਪਤਾ ਲੱਗਾ ਬਈ ਇਹ ਵਾਲੀਆਂ ਸਰਵਿਸਿਜ਼ ਇੱਥੇ ਹੈਗੀਆਂ। ਸੋ ਚਲੋ ਕਮਿਊਨਿਟੀ ਵਿੱਚ ਨਿਕਲੇ, ਐਸੋਸੀਏਸ਼ਨ ਚਲਾਈ, ਤਾਂ ਉਦੋਂ ਪਤਾ ਲੱਗਾ ਕਿ ਤਾਨੀਆ ਜਿਹੜੀ ਆ ਇਹ ਇਹੋ ਜਿਹੀਆਂ ਸਰਵਿਸਿਜ਼ ਦੇ ਵਿੱਚ ਕੰਮ ਕਰਦੀ ਹੈ। ਤਾਨੀਆ, ਤੁਸੀਂ ਕਦੋਂ ਕਹਤੇ ਕੈਨੇਡਾ ਦੇ ਵਿੱਚ ਆਏ ਸੀ? 2009 ਚ ਮੈਂ ਕੈਨੇਡਾ ਚ ਆਈ ਸੀ ਆਪਦੇ ਫੈਮਿਲੀ ਨਾਲ, ਤੇ ਕਿਉਂਕਿ ਮੈਂ ਆਪਦਾ ਬੈਚਲਰਸ ਇੰਡੀਆ ਤੋਂ ਕੀਤਾ ਵਾ, ਤੇ ਇੱਥੇ ਆ ਕੇ ਫਿਰ ਕੰਮ ਕੀਤਾ ਲਾਈਕ ਐਵਰੀਬਡੀ ਐਲਸ, ਕਾਫੀ ਸ਼ਾਪ ਤੇ ਉਹਦੇ ਬਾਅਦ ਹੌਲੀ ਫਿਰ ਸਟੱਡੀਜ਼ ਫਰਦਰ ਪਰਸਿਊ ਕੀ, ਮਾਸਟਰਸ ਕੀਤਾ ਸਾਈਕੋਲੋਜੀ ਚ, ਐਂਡ ਦੈਨ ਸਮਹਾਉ ਇਸ ਫੀਲਡ ਚ ਆ ਗਏ, ਐਂਡ ਦੈਨ ਮੈਨੂੰ ਲੱਗਿਆ ਕਿ ਦਿਸ ਇਜ਼ ਇਟ, ਦਿਸ ਇਜ਼ ਜਿਹੜਾ ਮੈਨੂੰ ਸਭ ਤੋਂ ਪਸੰਦ ਆ, ਕਿਉਂਕਿ ਸਾਡੀ ਕਮਿਊਨਿਟੀ 'ਚ ਗਿਵ ਬੈਕ ਕਰਨਾ ਵੀ ਬਹੁਤ ਵੱਡੀ ਗੱਲ ਆ। ਅਸੀਂ ਰੋਜ਼ ਕਲਾਇੰਟਸ ਨੂੰ ਦੇਖਦੇ ਹਾਂ, ਪਰ ਸਾਡੀ ਕਦੇ ਇੱਕ ਸੈਸ਼ਨ ਨਾਲ ਜਾਂ ਥੋੜੀ ਜਿਹੀ ਗੱਲ ਨਾਲ ਜੇ ਥੋੜੀ ਵੀ ਚੇਂਜ ਆ ਜਾਂਦੀ ਹੈ ਕਿਸੇ ਦੀ ਲਾਈਫ 'ਚ, ਉਹ ਬਹੁਤ ਵੱਡਾ ਮਾਇਨਾ ਰੱਖਦਾ ਸਾਡੇ ਲਈ, ਰਾਈਟ? ਸੋ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਦੇਖਿਆ ਤੁਸੀਂ ਨਾ ਵਲੰਟੀਅਰ ਵੀ ਕਰਦੇ ਵੇਖੇ ਮੈਂ ਤੁਹਾਨੂੰ ਗੁਰਦੁਆਰੇ ਦੇ ਸਾਹਮਣੇ ਵੀ ਤੁਸੀਂ ਫਲਾਇਰ ਵੰਡ ਰਹੇ ਹੋ ਲੋਕਾਂ ਨੂੰ, ਕੋਵਿਡ-19 ਦੇ ਦੌਰਾਨ ਵੀ ਤੁਸੀਂ ਕੁਝ ਕੰਮ ਕਰਦੇ ਸੀ। ਕਿਸ ਕਿਸਮ ਦਾ ਕੰਮ ਕੀਤਾ ਕੋਵਿਡ-19 ਦੇ ਦੌਰਾਨ? ਸੋ ਕੋਵਿਡ-19 ਦੇ ਕਰਕੇ ਅਸੀਂ ਆਬਵੀਅਸਲੀ ਸਾਡੀ ਸਰਵਿਸਿਜ਼ ਨੂੰ ਟੇਲਰ ਕੀਤਾ ਕੋਵਿਡ-19 ਦੇ ਕਰਕੇ। ਸੋ ਅਸੀਂ ਸਾਡੀ ਸਰਵਿਸਿਜ਼ ਆਨਲਾਈਨ ਪੁਸ਼ ਕਰ ਦਿਆ ਸੀ, ਸਰਵਿਸ ਇੱਕ ਵੀ ਦਿਨ ਬੰਦ ਨਹੀਂ ਕੀਤੀ। ਵੈਰੀ ਕੁਇਕਲੀ ਸਾਡੇ ਸਟਾਫ, ਸਾਡੇ ਮੈਨੇਜਮੈਂਟ ਇਹਨਾਂ ਨੇ ਕੰਮ ਕੀਤਾ, ਤੇ ਆਨਲਾਈਨ ਅਸੀਂ ਸਰਵਿਸਿਜ਼ ਦਿੰਦੇ ਆ, ਫੋਨ ਤੇ ਵੀਡੀਓਜ਼ ਤੇ। ਸਾਡੇ ਗਰੁੱਪਸ ਜਿਹੜੇ ਚੱਲਦੇ ਹੁੰਦੇ ਸੀ ਐਵਰੀ ਵੀਕ ਚੱਲਦੇ ਹੁੰਦੇ ਸੀ ਜੈਨੇਸਿਸ ਸੈਂਟਰ 'ਚ, ਉਹਨਾਂ ਨੂੰ ਅਸੀਂ ਚੇਂਜ ਕੀਤਾ ਤੇ ਆਨਲਾਈਨ ਹੁਣ ਹੋ ਰਿਹਾ ਸਾਰੇ ਗਰੁੱਪਸ। ਕਾਫੀ ਮੁਸ਼ਕਿਲ ਟ੍ਰਾਂਜੀਸ਼ਨ ਸੀਗਾ ਸਟਾਫ ਲਈ, ਕਲਾਇੰਟਸ ਲਈ ਵੀ, ਰਾਈਟ? ਕਿਉਂਕਿ ਹੁਣ ਟੈਕਨੋਲੋਜੀ ਵੀ ਸਾਰਿਆਂ ਨੂੰ ਸਿੱਖਣੀ ਪੈਂਦੀ ਆ, ਪਰ ਬਹੁਤ ਵਧੀਆ ਫੀਡਬੈਕ ਆਇਆ। ਕਲਾਇੰਟਸ ਵਰ ਵੈਰੀ ਹੈਪੀ ਕਿ ਉਹਨਾਂ ਦੀ ਸਰਵਿਸਿਜ਼ ਆਏ ਬੰਦ ਨਹੀਂ ਹੋਈਆਂ, ਰਾਈਟ? ਕੰਟੀਨਿਊ ਰਹੀਆਂ ਹਾਊਐਵਰ ਵੀ ਕੁਡ ਪ੍ਰੋਵਾਈਡ। ਤੇ ਅਨਦਰ ਥਿੰਗ ਇਜ਼ ਅਸੀਂ ਇੱਕ ਰਿਸਰਚ ਸਟੱਡੀ ਦਾ ਵੀ ਪਾਰਟ ਹੈਗੇ ਆ ਰਾਈਟ ਨਾਓ, ਜੈਂਡਰ ਬੇਸਡ ਵਾਇਲੈਂਸ ਦੇ ਉੱਤੇ ਹੈਗੀ ਆ ਇਹ ਰਿਸਰਚ, ਕੈਨੇਡਾ ਵਾਈਡ ਰਿਸਰਚ ਹੋ ਰਹੀ ਹੈ। ਇਹਦੇ ਤੇ ਵੀ ਆਪਾਂ ਗੱਲ ਕਰਦੇ ਹਾਂ, ਪਰ ਮੈਂ ਉਸ ਤੋਂ ਪਹਿਲਾਂ ਇੱਕ ਮੇਰੇ ਮਨ ਦੇ ਵਿੱਚ ਸ਼ੰਕਾ ਹੈ, ਤੇ ਮੈਂ ਚਾਹੁੰਦੀ ਹਾਂ ਕਿ ਮੈਂ ਉਹਦੇ ਬਾਰੇ ਤੁਹਾਡੇ ਨਾਲ ਗੱਲ ਕਰਾਂ ਕਿ ਜਿਹੜੀ ਮੈਂਟਲ ਹੈਲਥ ਆ, ਹਾਂਜੀ, ਹੈ ਨਾ, ਇਹ ਵੀ ਇੱਕ ਇਹੋ ਜਿਹਾ ਇਸ਼ੂ ਆ ਜਿਹਦੇ ਬਾਰੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਬਿਮਾਰ ਆ। ਉਹ ਫਿਰ ਕਿਵੇਂ ਤੁਹਾਡੇ ਕੋਲ ਜਿਹੜੇ ਮੈਂਟਲ ਹੈਲਥ ਵਾਲੇ ਮਰੀਜ਼ ਜਿਹੜੇ ਉਹ ਪਹੁੰਚ ਜਾਂਦੇ ਕਿ ਮੈਂ ਮੈਂਟਲੀ ਸਿੱਕ ਆ? ਕੀ ਲੋਕਾਂ ਕੋਲ ਇੱਥੇ ਕੋਈ ਥਰਮਾਮੀਟਰ ਆ ਵੀ ਜਿਹਦੇ ਨਾਲ ਨਾਪ ਲੈਂਦੇ ਨੇ? ਇਹ ਬਹੁਤ ਵਧੀਆ ਕੁਐਸਚਨ ਪੁੱਛਿਆ, ਕਿਉਂਕਿ ਪਹਿਲਾਂ ਵੀ ਜਦੋਂ ਤੁਸੀਂ ਕਹਿ ਰਹੇ ਸੀ ਨਾ ਕਿ ਹੈਲਥ ਸਰਵਿਸਿਜ਼ ਆ, ਤੁਹਾਨੂੰ ਲੱਗਦਾ ਸੀ ਕਿ ਕੁਝ ਹੈਲਥ ਦਵਾਈਆਂ ਵੰਡਦੇ ਹੋਣੇ ਆ। ਹਾਂ, ਸੋ ਇਹ ਜਦੋਂ ਅਸੀਂ ਹੈਲਥ ਦੀ ਗੱਲ ਕਰਦੇ ਹਾਂ, ਦੋ ਟਾਈਪ ਦੀ ਹੈਲਥ ਹੁੰਦੀ ਹੈ, ਇੱਕ ਫਿਜ਼ੀਕਲ ਹੈਲਥ, ਇੱਕ ਮੈਂਟਲ ਹੈਲਥ, ਰਾਈਟ? ਅਸੀਂ ਬਸ ਯੂਜ਼ਡ ਟੂ ਹੈਗੇ ਹਾਂ ਕਿਉਂਕਿ ਹਮੇ ਸ਼ੁਰੂ ਤੋਂ ਹੀ ਕਿ ਬਸ ਫਿਜ਼ੀਕਲ ਹੈਲਥ ਹੀ ਉਦੋਂ ਹੀ ਜਾਣਾ ਡਾਕਟਰ, ਬੁਖਾਰ ਚੜਿਆ, ਟੈਂਪਰੇਚਰ ਦੇਖਿਆ, ਫੇਰ ਹੀ ਠੀਕ ਨਹੀਂ। ਹਾਂ, ਪਰ ਜਿਹੜੀ ਮੈਂਟਲ ਹੈਲਥ ਹੁੰਦੀ ਹੈ ਉਹ ਵੀ ਬਹੁਤ ਇੰਪੋਰਟੈਂਟ ਆ, ਇਨਫੈਕਟ 50-50 ਆ ਇਫ ਨਾਟ ਮੋਰ, ਕਿਉਂਕਿ ਜੇ ਤੁਹਾਡੀ ਬੋਡੀ ਹੈਲਥੀ ਆ ਤੇ ਮਾਈਂਡ ਹੈਲਥੀ ਨਹੀਂਗਾ, ਤੁਸੀਂ ਅਨਹੈਪੀ ਹੋ ਜਾਂ ਤੁਹਾਨੂੰ ਕੋਈ ਐਂਜ਼ਾਈਟੀ ਜਾਂ ਡਿਪਰੈਸ਼ਨ ਜਾਂ ਕੋਈ ਐਡਿਕਸ਼ਨ ਆਲਸੋ ਇੱਕ ਟਾਈਪ ਦੇ ਮੈਂਟਲੀ ਕਾਫੀ ਇਫੈਕਟ ਕਰਦਾ ਵਾ ਤੁਹਾਨੂੰ ਇਹ, ਜਾਂ ਫਿਰ ਇਹ ਚੀਜ਼ਾਂ ਜਦੋਂ ਹੋ ਰਹੀਆਂ, ਤੁਹਾਡੀ ਆਦਤਾਂ ਚੇਂਜ ਹੋ ਜਾਂਦੀਆਂ, ਤੁਸੀਂ ਕਿਵੇਂ ਗੱਲ ਕਰਦੇ ਹੋ, ਕਿਵੇਂ ਕੀ ਖਾਂਦੇ ਹੋ, ਫਿਰ ਅਲਟੀਮੇਟਲੀ ਤੁਹਾਡੀ ਹੈਲਥ 'ਤੇ ਵੀ ਇੰਪੈਕਟ ਪੈਂਦਾ ਵਾ, ਰਾਈਟ? ਸੋ ਇਹ ਡੈਫੀਨਿਟਲੀ ਰਿਲੇਟਡ ਹੈਗੀ ਆ। ਬਸ ਜਦੋਂ ਤੁਹਾਨੂੰ ਕੈਂਸਰ ਹੁੰਦਾ ਜਾਂ ਕੁਛ ਬੋਡੀ ਦੇ ਅੰਦਰ ਹੁੰਦਾ, ਡਾਕਟਰ ਕਹਿ ਦਿੰਦੇ ਆ ਕਿ ਕੈਂਸਰ ਹੈਗਾ, ਸੋ ਇਹ ਦਵਾਈਆਂ ਖਾ ਲਓ, ਇਹ ਠੀਕ ਹੋ ਜਾਊ। ਕੋਈ ਹੱਥ 'ਤੇ ਸੱਟ ਵੱਜਦੀ ਦਿਖਦਾ ਵਾ, ਲਹੂ ਨਿਕਲਦਾ, ਪਰ ਅਨਫੋਰਚੂਨੇਟਲੀ ਮੈਂਟਲ ਹੈਲਥ ਹਿਡਨ ਆ, ਰਾਈਟ? ਜਦੋਂ ਤੱਕ ਬੰਦਾ ਆਪ ਸੋਚਦਾ ਨਹੀਂਗਾ ਕਿ ਮੈਨੂੰ ਕੀ ਫੀਲਿੰਗ ਹੋ ਰਹੀ ਆ, ਤੇ ਲੋਕਾਂ ਨੂੰ ਦੱਸਦਾ ਨਹੀਂਗਾ ਕਿ ਮੈਨੂੰ ਇਹ ਫੀਲਿੰਗ ਆ ਹਮੇਸ਼ਾ ਹੋ ਰਹੀ ਹੈ, ਕਾਫੀ ਚਿਰ ਤੋਂ ਮੈਂ ਸੈਡ ਆ, ਕਿਉਂ ਸੈਡ ਆ, ਜੇ ਇਹ ਗੱਲਾਂ ਨਹੀਂ ਕਰੋਗੇ ਉਹਨਾਂ ਨੂੰ ਪਤਾ ਨਹੀਂ ਚੱਲੂਗਾ ਕਿ ਮੈਨੂੰ ਮੈਂਟਲ ਹੈਲਥ ਇਸ਼ੂ ਹੈਗਾ, ਪਹਿਲੀ ਗੱਲ। ਤੇ ਉਹਦੇ ਜੇ ਤੁਸੀਂ ਨਾਂ ਨਹੀਂ ਦਿੰਦੇ ਕਿਸੇ ਬਿਮਾਰੀ ਦਾ, ਬੰਦੇ ਨੂੰ ਲੱਗਦਾ ਕਿ ਮੈਂ ਹੀ, ਉਹ ਬਿਮਾਰੀ ਨੂੰ ਉਹ ਆਪਣਾ ਹੀ ਸਮਝ ਲੈਂਦੇ ਆ ਕਿ ਮੈਂ ਹੀ ਇਹੋ ਜਿਹੀ ਹਾਂ, ਮੈਂ ਹੀ ਵਧੀਆ ਨਹੀਂ, ਕਿ ਮੇਰੀ ਲਾਈਫ ਹੀ ਖਰਾਬ ਹੈ, ਇਸ ਲਈ ਮੈਂ ਹਮੇਸ਼ਾ ਸੈਡ ਰਹਿੰਦੀ ਹਾਂ। ਪਰ ਨਹੀਂ, ਹੋ ਸਕਦਾ ਤੁਹਾਨੂੰ ਡਿਪਰੈਸ਼ਨ ਆ, ਰਾਈਟ? ਉਹਦੀ ਟਰੀਟਮੈਂਟ ਹੈਗੀ ਆ, ਕਾਉਂਸਲਿੰਗ ਹੈਗੀ ਆ। ਸੋ ਜੇ ਸਾਨੂੰ ਅਵੇਅਰਨੈਸ ਹੋਏ ਕਿ ਇਹ ਮੈਂਟਲ ਹੈਲਥ ਇਸ਼ੂਜ਼ ਵੀ ਹੁੰਦੇ ਆ, ਕਿਵੇਂ ਹੁੰਦੇ ਆ, ਫਿਰ ਅਸੀਂ ਇਹਨਾਂ ਲਈ ਦਵਾਈ ਟਰੀਟਮੈਂਟ ਲੈ ਸਕਦੇ ਹਾਂ। ਟਰੀਟਮੈਂਟ ਵੀ ਦਵਾਈ ਹੁੰਦੀ ਹੈ ਤੇ ਕਾਉਂਸਲਿੰਗ ਵੀ ਹੁੰਦੀ ਹੈ, ਕਾਉਂਸਲਿੰਗ ਗੋਜ਼ ਹੈਂਡ ਇਨ ਹੈਂਡ, ਕਿਉਂਕਿ ਤੁਸੀਂ ਦਵਾਈਆਂ ਵੀ ਪ੍ਰਿਸਕ੍ਰਾਈਬ ਕਰ ਦਿੰਦੇ? ਨਹੀਂ, ਦਵਾਈਆਂ ਅਸੀਂ ਸਾਈਕਾਇਟਰਿਸਟ ਨੂੰ ਰੈਫਰ ਕਰਦੇ ਹਾਂ ਜਦੋਂ ਸਾਨੂੰ ਲੱਗਦਾ ਕਿ ਇਹ ਮੈਂਟਲ ਹੈਲਥ ਇਸ਼ੂ ਇੰਨਾ ਸਟਰੋਂਗ ਆ ਕਿ ਇਹ ਬੰਦੇ ਉਹਨਾਂ ਤੋਂ ਆਪ ਨਹੀਂ ਹੁੰਦਾ। ਸੋ ਅਸੀਂ ਜਦੋਂ ਸਾਨੂੰ ਲੱਗਦਾ ਕਿ ਥੋੜ੍ਹਾ ਜ਼ਿਆਦਾ ਸਿਵੀਅਰ ਇਸ਼ੂ ਆ, ਅਸੀਂ ਰੈਫਰ ਕਰਦੇ ਹਾਂ ਸਾਈਕਾਇਟਰਿਸਟ ਨੂੰ, ਫਿਰ ਉਹ ਆਪਦੀ ਇਵੈਲੂਏਸ਼ਨ ਕਰਕੇ ਅੱਗੇ ਦੇ ਫਿਗਰ ਆਊਟ ਕਿ ਟਰੀਟਮੈਂਟ ਪਲਾਨ ਆ। ਪਰ ਯੂਜਲੀ ਈਵਨ ਸਾਈਕਾਇਟਰਿਸਟ ਰეკਮੈਂਡ ਕਰਦੇ ਆ ਕਿ ਤੁਸੀਂ ਕਾਉਂਸਲਿੰਗ ਨਾਲ ਹੀ ਨਾਲ ਲਾਓ ਅਲੋਂਗ ਵਿਦ ਯਰ ਮੈਡੀਕੇਸ਼ਨ, ਰਾਈਟ? ਬਿਕਾਜ਼ ਥੋੜ੍ਹਾ ਜਿਹਾ ਆਪ ਦੇ ਬਿਹੇਵੀਅਰ ਚੇਂਜਸ ਵੀ ਕਰਨ ਦੀ ਲੋੜ ਹੁੰਦੀ ਹੈ ਜੇ ਤੁਸੀਂ ਆਪਦੀ ਉਹ ਮਾਨਸਿਕ ਪ੍ਰੋਬਲਮ ਚੋਂ ਨਿਕਲਣਾ ਹੁੰਦਾ। ਬਿਲਕੁਲ। ਜਿਵੇਂ ਜਿਹੜਾ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਨੇ, ਇਹ ਹੁਣੇ ਆਪਾਂ ਜਿਵੇਂ ਗੱਲਬਾਤ ਕਰ ਰਹੇ ਹਾਂ ਕਿ ਇੱਕ ਤਾਂ ਡੋਮੈਸਟਿਕ ਵਾਇਲੈਂਸ ਜਿਹੜੇ ਨੇ ਉਹਨਾਂ ਦੀ ਕਾਉਂਸਲਿੰਗ ਵਾਸਤੇ ਤੁਸੀਂ ਮਦਦ ਕਰਦੇ ਹੋ, ਜਾਂ ਕੋਈ ਡਰੱਗ
ਐਡਿਕਸ਼ਨ ਕਿਸੇ ਨੂੰ ਹੋ ਗਈ ਹੈ, ਕੋਈ ਨਸ਼ਿਆਂ ਦੇ ਵਿੱਚ ਫਸ ਗਿਆ, ਚਾਹੇ ਉਹ ਔਰਤ ਹੈ, ਚਾਹੇ ਉਹ ਕੁੜੀ ਹੈ, ਚਾਹੇ ਉਹ ਮੁੰਡਾ ਹੈ, ਤਾਂ ਇਹ ਉਹਨਾਂ ਦੀ ਕਾਉਂਸਲਿੰਗ ਦੇ ਵਿੱਚ ਮਦਦ ਕਰਦੇ ਨੇ। ਇਸੇ ਤਰ੍ਹਾਂ ਇਹ ਤੀਜੀ ਚੀਜ਼ ਮੈਂਟਲ ਹੈਲਥ, ਕਿ ਮਾਨਸਿਕ ਸਿਹਤ ਅਗਰ ਤੁਹਾਡੀ ਖਰਾਬ ਹੋ ਗਈ ਹੈ ਤੇ ਤਾਂ ਤੁਸੀਂ PCHS ਤੋਂ ਮਦਦ ਲੈ ਸਕਦੇ ਹੋ। ਤਾਨੀਆ, ਮੈਂ ਇੱਕ ਗੱਲ ਇਹ ਜਾਣਨਾ ਚਾਹੁੰਦੀ ਹਾਂ ਕਿ ਜਿਹੜਾ ਮਰੀਜ਼ ਹੈ, ਕੀ ਤੁਹਾਡੇ ਕੋਲ ਜਿਹੜੇ ਸਾਡੇ ਫੈਮਿਲੀ ਡਾਕਟਰ ਹੁੰਦੇ ਆ ਉਹਨਾਂ ਦੇ ਰੈਫਰ ਕੀਤੇ ਮਰੀਜ਼ ਵੀ ਆਉਂਦੇ ਨੇ? ਯੈਸ, ਬਿਲਕੁਲ। ਐਕਚੁਅਲੀ ਉਹ ਕਾਫੀ ਵੱਡਾ ਪੁਆਇੰਟ ਮੈਂ ਭੁੱਲ ਗਈ, ਕਿਉਂਕਿ ਡੈਫੀਨਿਟਲੀ ਉੱਥੋਂ ਵੀ ਸਾਨੂੰ ਬਹੁਤ ਆਉਂਦੇ, ਕਿਉਂਕਿ ਸਾਡੀ ਕਮਿਊਨਿਟੀ 'ਚ ਵੀ ਇਹ ਹੈਗਾ ਕਿ ਜਦੋਂ ਕੋਈ ਪ੍ਰੋਬਲਮ ਹੈਗੀ ਆ ਡਾਕਟਰ ਨਾਲ ਗੱਲ ਕਰੋ। ਜੇ ਫੈਮਿਲੀ 'ਚ ਵੀ ਪ੍ਰੋਬਲਮ ਹੈ, ਕਦੇ ਕਦੇ ਡਾਕਟਰ ਨਾਲ ਜ਼ਿਆਦਾ ਓਪਨਲੀ ਗੱਲ ਹੋ ਜਾਂਦੀ ਹੈ। ਡਾਕਟਰਸ ਐਟ ਦ ਪੁਆਇੰਟ ਆਫ ਕੰਟੈਕਟ ਉਹਨਾਂ ਨੂੰ ਪਤਾ ਚੱਲਦਾ ਕੀ ਇਸ਼ੂਜ਼ ਹੈਗੇ ਆ ਕਮਿਊਨਿਟੀ 'ਚ। ਸੋ ਅਸੀਂ ਕਾਫੀ ਡਾਕਟਰਸ ਨੂੰ ਜਾ ਕੇ ਮਿਲਦੇ ਹਾਂ, ਉਹਨਾਂ ਨਾਲ ਗੱਲਬਾਤ ਰੱਖਦੇ ਹਾਂ ਕਿ ਕਦੇ ਉਹਨਾਂ ਨੂੰ ਕੋਈ ਕਲਾਇੰਟਸ ਆਉਂਦੇ ਆ, ਉਹਨਾਂ ਨੂੰ ਪਤਾ ਹੋਏ ਕਿ ਇਹ ਪੰਜਾਬੀ ਹੈਗੇ ਆ ਜਾਂ ਫਿਰ ਇਹ ਸਾਊਥ ਏਸ਼ੀਅਨ ਹੈਗੇ ਆ, ਇਹਨਾਂ ਨੂੰ ਅਸੀਂ ਇੱਥੇ ਰੈਫਰ ਕਰ ਦਈਏ। ਸੋ ਸਾਨੂੰ ਬਹੁਤ ਕਲਾਇੰਟਸ ਮਿਲਦੇ ਆ, ਸਪੈਸ਼ਲੀ ਮੈਂਟਲ ਹੈਲਥ ਦੇ ਡਾਕਟਰਸ ਤੋਂ। ਬਿਲਕੁਲ। ਇਹਦਾ ਮਤਲਬ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਦੇ ਵਿੱਚ ਕੋਈ ਪ੍ਰੋਬਲਮ ਹੈ, ਤੁਹਾਨੂੰ ਕੋਈ ਕਹਿ ਲਓ ਕਿ ਆਪ ਨੂੰ ਨਿੱਜੀ ਮੁਸ਼ਕਲ ਹੈ, ਤਾਂ ਤੁਸੀਂ, ਮੈਨੂੰ ਲੱਗਦਾ ਕਿ ਜੇ PCHS ਨਹੀਂ ਲੱਭਦੇ, ਮੈਂ ਤੁਹਾਡੇ ਕੋਲ ਪੁੱਛਾਂਗੀ ਐਂਡ ਦੇ ਉੱਪਰ ਕਿ ਅਸੀਂ ਤੁਹਾਨੂੰ ਕਿਵੇਂ ਕੰਟੈਕਟ ਕਰੀਏ, ਤਾਂ ਜੋ ਸਾਡੇ ਦਰਸ਼ਕ ਜਿਹੜੇ ਉਹਨੂੰ ਪ੍ਰੋਗਰਾਮ ਸੁਣਦੇ ਪੈਨਸਲ ਵੀ ਤਿਆਰ ਕਰ ਲੈਣ, ਪੈਨ ਵੀ ਤਿਆਰ ਕਰ ਲੈਣ। ਪਰ ਮੈਂ ਇਹ ਜ਼ਰੂਰ ਕਹਾਂਗੀ ਕਿ ਜੇ ਤੁਹਾਨੂੰ ਲੱਗਦਾ ਕਿ ਮੈਂ ਕਿੱਥੇ ਜਾਵਾਂ, ਮੈਨੂੰ ਤਾਂ ਸਮਝ ਨਹੀਂ ਲੱਗਦੀ ਹੈ ਨਾ, ਮੈਂ ਤਾਂ ਬੜੀ ਮੁਸ਼ਕਲ 'ਚ ਆ, ਤਾਂ ਤੁਸੀਂ ਆਪਣੇ ਫੈਮਿਲੀ ਡਾਕਟਰ ਕੋਲ ਜਾਓ। ਬਿਲਕੁਲ। ਆਪਣੇ ਫੈਮਿਲੀ ਡਾਕਟਰ ਦੇ ਨਾਲ ਤੁਸੀਂ ਜਾ ਕੇ ਗੱਲ ਕਰੋ ਕਿ ਮੈਂ ਇਸ ਮੁਸ਼ਕਲ ਦੇ ਵਿੱਚ ਫਸਿਆ ਹੋਇਆ, ਜਾਂ ਮੈਂ ਇਸ ਮੁਸ਼ਕਲ ਦੇ ਵਿੱਚ ਫਸੀ ਹਾਂ, ਜਾਂ ਮੇਰਾ ਕੋਈ ਆਪਣਾ ਮਿੱਤਰ ਪਿਆਰਾ, ਮੇਰਾ ਕੋਈ ਆਪਣਾ ਬੱਚਾ ਜਾਂ ਮੇਰਾ ਕੋਈ ਦੋਸਤ ਇਸ ਮੁਸ਼ਕਲ 'ਚ ਫਸਿਆ, ਤਾਂ ਤੁਸੀਂ ਉਹਨਾਂ ਕੋਲ ਲਿਜਾ ਕੇ ਰੈਫਰ ਕਰਵਾ ਸਕਦੇ ਹੋ, ਰਾਹ ਲੱਭ ਸਕਦੇ ਹੋ। ਕਈ ਵਾਰੀ ਆਪਾਂ ਨੂੰ ਰਾਹ ਹੀ ਨਹੀਂ ਪਤਾ ਹੁੰਦਾ, ਸਿਰਾ ਪਤਾ ਹੁੰਦਾ ਕਿ ਮੈਨੂੰ ਇੱਥੇ ਜਾਣਾ ਚਾਹੀਦਾ, ਉਹ ਰਸਤਾ ਨਹੀਂ ਪਤਾ ਹੁੰਦਾ। ਸੋ ਉਹ ਜਿਹੜੇ ਨੇ ਉਹ ਤੁਹਾਨੂੰ ਉਂਗਲੀ ਫੜਨਗੇ ਤੇ PCHS ਦੇ ਵਿੱਚ ਲੈ ਜਾਣਗੇ, ਜਿੱਥੇ ਤੁਹਾਨੂੰ ਆਪਣੀ ਭਾਸ਼ਾ ਦੇ ਵਿੱਚ ਗੱਲ ਕਰਨ ਵਾਲੀ ਤਾਨੀਆਂ ਵੀ ਲੱਭ ਜਾਣੀ ਹੈ। ਤੇ ਜੇ ਤੁਸੀਂ ਉਰਦੂ 'ਚ ਗੱਲ ਕਰਨੀ ਹੈ ਤੇ ਮੈਨੂੰ ਲੱਗਦਾ ਉਹ ਵੀ ਉੱਥੇ ਹੁੰਦੇ ਨੇ। ਤੇ ਜੇ ਤੁਸੀਂ ਚਾਹੁੰਦੇ ਹੋ ਕਿ ਵੀ ਮੈਂ ਤਾਂ ਸ਼੍ਰੀਲੰਕਾ ਦੀ ਹਾਂ ਜਾਂ ਬੰਗਲਾਦੇਸ਼ ਦੀ, ਮੈਨੂੰ ਤਾਂ ਬੰਗਾਲੀ ਚਾਹੀਦੀ ਹੈ, ਤੇ ਮੈਨੂੰ ਲੱਗਦਾ ਕਿ ਉੱਥੇ ਬੰਗਾਲੀ ਵੀ ਜ਼ਰੂਰ ਹੋਣਗੇ। ਸੋ ਆਪੋ ਆਪਣੀ ਭਾਸ਼ਾ ਦੇ ਵਿੱਚ ਤੁਸੀਂ ਉੱਥੇ ਸਰਵਿਸਿਜ਼ ਲੈ ਸਕਦੇ ਹੋ। ਸੋ ਬਹੁਤ ਹੀ ਵਧੀਆ ਗੱਲ ਹੈ। ਮੈਂ PCHS ਦੇ ਬਾਰੇ ਸੁਣਿਆ ਤੇ ਬਹੁਤ ਸੀ, ਪਰ ਤਾਨੀਆ ਇੰਨਾ ਜ਼ਿਆਦਾ ਨਹੀਂ ਸੁਣਿਆ ਸੀ। ਇਸ ਤੋਂ ਇਲਾਵਾ ਮੈਨੂੰ ਲੱਗਦਾ ਇੱਕ ਹੋਰ ਵੀ ਕੰਮ ਤੁਸੀਂ ਕਰਦੇ ਹੋ, ਕਿਉਂਕਿ ਮੈਂ ਕਰਵਾਇਆ ਤੁਹਾਡੇ ਕੋਲ, ਹਾਂਜੀ, ਸ਼ਾਇਦ ਤੁਸੀਂ ਭੁੱਲ ਗਏ ਹੋਵੋਗੇ ਕਿ ਅਸੀਂ ਇੱਕ ਆਪਣੀ ਐਸੋਸੀਏਸ਼ਨ ਹੈ, ਸਾਡੀ ਕੈਲਗਰੀ ਵਿਮਨ ਕਲਚਰਲ ਐਸੋਸੀਏਸ਼ਨ, ਜਿਹਦੇ ਵਿੱਚ ਮੋਸਟਲੀ ਸਾਡੇ ਕੋਲ ਸੀਨੀਅਰ ਲੇਡੀਜ਼ ਨੇ, ਅਸੀਂ ਉਹਨਾਂ ਨੂੰ ਅਵੇਅਰਨੈਸ ਦੇ ਪ੍ਰੋਗਰਾਮ ਕਰਵਾਉਂਦੇ ਰਹਿੰਦੇ ਹਾਂ। ਕਿਉਂਕਿ ਜੇ ਹੁਣ ਅਸੀਂ ਗੱਲ ਕਰਦੇ ਹਾਂ ਡੋਮੈਸਟਿਕ ਵਾਇਲੈਂਸ ਦੀ, ਤਾਂ ਡੋਮੈਸਟਿਕ ਵਾਇਲੈਂਸ ਜ਼ਰੂਰੀ ਤਾਂ ਨਹੀਂ ਵੀ ਮੀਆਂ ਬੀਵੀ ਲੜਦੇ ਤੇ ਉਹੀ ਵਾਇਲੈਂਸ ਹੈ, ਬਜ਼ੁਰਗਾਂ ਦੇ ਨਾਲ ਵੀ ਹੋ ਜਾਂਦੀ ਹੈ। ਤਾਂ ਸਾਡੇ ਕੋਲ ਸੀਨੀਅਰ ਮੈਂਬਰਸ ਹੈ, ਮੈਨੂੰ ਯਾਦ ਹੈ ਤਾਨੀਆ, ਮੈਂ ਤੁਹਾਨੂੰ ਇੱਕ ਦੋ ਵਾਰੀ ਬੁਲਾਇਆ ਸੀਗਾ ਕਿ ਤੁਸੀਂ ਦੱਸੋ ਕਿ ਦਾਦੀਆਂ ਜਿਹੜੀਆਂ ਨੇ, ਨਾਨੀਆਂ ਦਾਦੀਆਂ ਨੇ, ਇਹ ਆਪਣੇ ਪੋਤਰੇ ਪੋਤਰੀਆਂ ਨੂੰ ਕਿਵੇਂ ਪਾਲਣ। ਇਹ ਨਾ ਹੋਵੇ ਕਿ ਅਸੀਂ ਆਪਣੇ ਬੱਚਿਆਂ ਨਾਲ ਹੀ ਵਾਇਲੈਂਸ ਕਰਦੇ ਰਹੇ ਹੋਈਏ। ਸੋ ਇਹਨਾਂ ਵਾਸਤੇ ਤੁਸੀਂ ਕਿਵੇਂ ਸੈੱਟ ਕਰਦੇ ਹੋ ਕਿ ਕਿਸ ਬੰਦੇ ਨੇ ਕਿੱਥੇ ਜਾਣਾ ਹੈ? ਬਿਲਕੁਲ। ਜਦੋਂ ਸਾਡਾ ਇਹ ਇੱਕ ਹੋਰ ਇੰਪੋਰਟੈਂਟ ਚੀਜ਼, ਜਿਹੜੀ ਸਾਡੀ ਫੈਮਿਲੀ ਡਾਇਨਾਮਿਕ ਇੱਥੇ ਹੁੰਦੇ ਆ, ਅਸੀਂ ਹਸਬੈਂਡ ਵਾਈਫ, ਬੱਚੇ, ਦਾਦਾ ਦਾਦੀ ਕਦੇ ਕਦੇ ਘਰੇ ਹੁੰਦੇ ਆ, ਚਾਚਾ ਚਾਚੀ ਕਦੇ ਘਰੇ ਹੁੰਦੇ ਆ, ਜਾਂ ਨਾਨਾ ਨਾਨੀ, ਕਿਸੇ ਫੈਮਿਲੀ 2 ਜਣੇ ਤੋਂ ਜ਼ਿਆਦਾ ਵੱਡੀਆਂ ਹੁੰਦੀਆਂ ਸਾਡੀ ਫੈਮਿਲੀ ਇੱਥੇ ਵੀ, ਰਾਈਟ। ਸੋ ਜਦੋਂ ਫੈਮਿਲੀ ਡਾਇਨਾਮਿਕਸ ਹੋ ਜਾਂਦਾ, ਪ੍ਰੋਬਲਮਸ ਆਉਂਦੀਆਂ, ਇਸ਼ੂਜ਼ ਆਉਂਦੀਆਂ, ਕਿਉਂਕਿ ਬਾਉਂਡਰੀਜ਼ ਨਹੀਂ ਪਤਾ ਹੁੰਦੀ ਲੋਕਾਂ ਨੂੰ, ਜਾਂ ਬਾਉਂਡਰੀਜ਼ ਇੱਕ ਦੂਜੇ ਦੀ ਓਵਰਸਟੈਪ ਹੋ ਜਾਂਦੀ ਆ। ਸੋ ਬਹੁਤ ਵਧੀਆ ਹੈਗਾ ਜੇ ਇਹੋ ਜਿਹੀ ਇਸ਼ੂਜ਼ ਹੈਗੀ ਆ, ਤੁਸੀਂ ਆ ਕੇ ਕਿਸੇ ਨਾਲ ਗੱਲ ਕਰੋ। ਜਦੋਂ ਅਸੀਂ ਗੱਲ ਕਰਨ ਦੀ ਕਹਿੰਦੇ ਸੀਗੇ ਕਿ ਨਾ ਤੁਸੀਂ ਜਾ ਕੇ ਡਾਕਟਰ ਨਾਲ ਕਰੋ, ਸਭ ਤੋਂ ਜੇ ਤੁਹਾਨੂੰ ਸਪੋਰਟ ਦੀ ਲੋੜ ਹੈ, ਸਭ ਤੋਂ ਪਹਿਲੇ ਹੈਗੀ ਹੈ ਆਪਦੇ ਨਾਲ ਗੱਲ ਕਰਨਾ, ਰਿਅਲਾਈਜ਼ ਕਰਨਾ ਕਿ ਇਸ਼ੂ ਹੈਗੀ ਹੈ, ਪ੍ਰੋਬਲਮ ਹੈਗੀ ਹੈ। ਸੈਕਿੰਡ ਹੈਗੀ ਕਿਸੇ ਨੂੰ ਜਾ ਕੇ ਦੱਸਣਾ। ਫੈਮਿਲੀ ਡਾਕਟਰ ਬਹੁਤ ਵਧੀਆ ਸਪੌਟ ਹੈਗਾ, ਤੁਸੀਂ ਜਾ ਕੇ ਉਹਨਾਂ ਨਾਲ ਗੱਲ ਕਰ ਸਕਦੇ ਹੋ। ਤੇ ਜੇ BCHS ਕੈਲਗਰੀ ਦਾ ਅਸੀਂ ਨੰਬਰ ਦੇਵਾਂਗੇ, ਉੱਥੇ ਵੀ ਤੁਸੀਂ ਆਪਦਾ, ਜੇ ਤੁਹਾਨੂੰ ਪਤਾ ਵੀ ਨਹੀਂ ਕਿ ਮੈਨੂੰ ਸਪੋਰਟ ਚਾਹੀਦਾ, ਆਮ ਨੋਟ ਸ਼ੋਰ ਕਿਵੇਂ ਹੈਲਪ, ਕੀ ਹੈਲਪ ਚਾਹੀਦੀ ਹੈ ਮੈਨੂੰ, ਪਰ ਤੁਸੀਂ ਡੈਫੀਨਿਟਲੀ ਸਾਨੂੰ ਅਪਰੋਚ ਕਰਕੇ ਗੱਲਾਂ ਬਾਤਾਂ ਸ਼ੁਰੂ ਕਰ ਸਕਦੇ ਹੋ। ਫਿਰ ਹੌਲੀ ਹੌਲੀ ਰਿਅਲਾਈਜ਼ੇਸ਼ਨ ਆਉਂਦੀ ਹੈ ਕਿ ਕੀ ਇਸ਼ੂਜ਼ ਹੈਗੇ ਆ ਤੇ ਕਿਵੇਂ ਅਸੀਂ ਸੋਲਵ ਕਰ ਸਕਦੇ ਹਾਂ। ਤੇ ਜਿਹੜੀ ਤੁਸੀਂ ਦਾਦੀ ਨਾਨੀਆਂ ਦਾ ਕਿਹਾ ਸੀਗਾ, ਉਹ ਬਹੁਤ ਇੰਪੋਰਟੈਂਟ ਪਾਰਟ ਹੈਗੇ ਆ ਜੁਆਇੰਟ ਫੈਮਿਲੀ ਦੇ, ਜਿੱਥੇ ਕਿਉਂਕਿ ਜਦੋਂ ਬੱਚੇ, ਹਸਬੈਂਡ ਵਾਈਫ, ਮਮ ਡੈਡ ਕੰਮ ਕਰਦੇ ਆ, ਬੱਚਿਆਂ ਦੀ ਪਰਵਰਿਸ਼ ਕਦੇ ਕਦੇ ਗ੍ਰੈਂਡ ਪੇਰੈਂਟਸ ਕਰ ਲੈਂਦੇ ਆ। ਸੋ ਬਹੁਤ ਉਹਨਾਂ ਦਾ ਵੱਡਾ ਰੋਲ ਹੁੰਦਾ ਵਾ, ਉਹਨਾਂ ਨਾਲ ਗੱਲ ਕਰਨਾ, ਉਹਨਾਂ ਨੂੰ ਸਿਖਾਉਣਾ, ਜਿਹੜੀ ਟ੍ਰੈਡੀਸ਼ਨਸ ਹੈਗੀ ਆ, ਵਧੀਆ ਟ੍ਰੈਡੀਸ਼ਨਸ ਹੈਗੀ ਆ, ਉਹ ਕੈਰੀ ਫਾਰਵਰਡ ਕਰਨਾ, ਉਹ ਉਹਨਾਂ ਨੇ ਸਿਖਾਉਣਾ, ਰਾਈਟ।
ਤੇ ਬਸ ਜਦੋਂ ਸਭ ਤੋਂ ਜ਼ਿਆਦਾ ਪ੍ਰੋਬਲਮਸ ਜਿਹੜੀ ਆਉਂਦੀਆਂ ਫੈਮਲੀਜ਼ 'ਚ ਉਹ ਇਹੀ ਹੁੰਦੀਆਂ ਕਿ ਜਦੋਂ ਜਿਹੜਾ ਇਮੋਸ਼ਨਲ ਬਲੈਕਮੇਲ ਕਰਨ ਲੱਗ ਜਾਂਦੇ ਆ ਜਾਂ ਫਿਰ ਤੁਸੀਂ ਤੂੰ ਮੇਰੇ ਲਈ ਇਹ ਨਹੀਂ ਕਰਦਾ, ਤੂੰ ਜਦੋਂ ਇਹ ਐਕਸਪੈਕਟੇਸ਼ਨਸ ਆਉਣ ਲੱਗ ਜਾਂਦੀਆਂ ਵੱਡਿਆਂ ਲੋਕਾਂ ਦੀਆਂ, ਫਿਰ ਫੈਮਲੀ 'ਚ ਇਸ਼ੂਜ਼ ਆ ਸਕਦੇ ਆ, ਮਮ ਡੈਡ ਦੇ ਵਿੱਚ ਇਸ਼ੂ ਆ ਸਕਦੇ ਆ ਕਿਉਂਕਿ ਉੱਥੋਂ ਪ੍ਰੈਸ਼ਰ ਪੈ ਰਿਹਾ ਕਿ ਉਹ ਕੁਛ ਐਂ ਕਰੋ, ਕੁਛ ਡਿਫਰੈਂਟਲੀ ਕਰੋ। ਸੋ ਸਾਰਿਆਂ ਨੂੰ ਆਪਦੀ ਜੇ ਬਾਉਂਡਰੀਜ਼ ਪਤਾ ਹੋਣ ਜਾਂ ਉਹਦੀ ਥੋੜ੍ਹੀ ਗੱਲ ਹੋਏ ਫਲੈਕਸੀਬਿਲਿਟੀ ਦੀ ਕਿ ਅਸੀਂ ਸਾਰੇ ਬੈਠ ਕੇ ਐਜ਼ ਅ ਫੈਮਿਲੀ ਡਿਸਕਸ਼ਨ ਕਰ ਲਈਏ, ਫਿਰ ਸਾਨੂੰ ਪਤਾ ਚੱਲੂਗਾ ਕਿ ਕਿਵੇਂ ਕੀ ਪ੍ਰੋਬਲਮ ਹੈਗੀ ਹੈ, ਕਿੱਥੇ ਹੈਗੀ ਤੇ ਕਿਵੇਂ ਸੋਲਵ ਕਰ ਸਕਦੇ। ਬਿਲਕੁਲ, ਤਾਨੀਆਂ ਬਹੁਤ ਅੱਛੀਆਂ ਤੇ ਬਹੁਤ ਫਾਇਦੇਮੰਦ ਗੱਲਾਂ ਕਰ ਰਹੀ ਹੈ। ਅਸੀਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਫਿਰ ਤਾਨੀਆਂ ਦੇ ਨਾਲ ਅਸੀਂ ਅਗਲੀਆਂ ਹੋਰ ਗੱਲਾਂ ਕਰਾਂਗੇ। ਲੈਣੇ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਤਾਨੀਆਂ ਭੁੱਲਰ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫੇਰ ਮੇਰੇ ਵੱਲੋਂ ਬਹੁਤ ਬਹੁਤ ਸਵਾਗਤ ਹੈ। ਜੀ ਆਇਆਂ ਨੂੰ ਪ੍ਰੋਗਰਾਮ ਗੱਲਬਾਤ ਵਿੱਚ। ਗੱਲਬਾਤ ਕਰ ਰਹੇ ਹਾਂ ਅਸੀਂ ਤਾਨੀਆਂ ਭੁੱਲਰ ਦੇ ਨਾਲ, ਜਿਹੜੇ ਕਿ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਵਿੱਚ ਕਾਉਂਸਲਰ ਦੇ ਵਜੋਂ ਸੇਵਾ ਨਿਭਾ ਰਹੇ ਨੇ। ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਕੈਲਗਰੀ ਦੇ ਵਿੱਚ ਉਹ ਜਗ੍ਹਾ ਹੈ, ਉਹ ਸਥਾਨ ਹੈ ਜਿੱਥੇ ਤੁਸੀਂ ਆਪਣੀ ਭਾਸ਼ਾ ਦੇ ਵਿੱਚ, ਆਪਣੀ ਲੈਂਗੁਏਜ ਦੇ ਵਿੱਚ ਲੋੜੀਂਦੀਆਂ ਸਰਵਿਸਿਜ਼ ਲੈ ਸਕਦੇ ਹੋ। ਅਗਰ ਤੁਹਾਨੂੰ ਮੈਂਟਲ ਹੈਲਥ ਸੰਬੰਧੀ ਕੋਈ ਸੇਵਾ ਚਾਹੀਦੀ ਹੈ ਜਾਂ ਡਰੱਗ ਐਡਿਕਸ਼ਨ ਸੰਬੰਧੀ ਕੋਈ ਸੇਵਾ ਚਾਹੀਦੀ ਹੈ ਜਾਂ ਘਰ ਦੇ ਘਰੇਲੂ ਝਗੜੇ ਸੰਬੰਧੀ ਕੋਈ ਕਿਸੇ ਕਿਸਮ ਦੀ ਕੋਈ ਕਾਉਂਸਲਿੰਗ ਚਾਹੀਦੀ ਹੈ ਤਾਂ ਤੁਸੀਂ ਇਸ ਸੰਸਥਾ ਤੋਂ ਸੇਵਾਵਾਂ ਲੈ ਸਕਦੇ ਹੋ। ਤੇ ਹੁਣ ਅਸੀਂ ਮੁੜਦੇ ਹਾਂ ਫਿਰ ਦੁਬਾਰਾ ਤਾਨੀਆਂ ਭੁੱਲਰ ਵੱਲ। ਤਾਨੀਆਂ ਵਿੱਚ ਮਾੜਾ ਜਿਹਾ ਇੱਕ ਗੱਲ ਹੋ ਗਈ ਸੀਗੀ ਕਿ ਕਿਸੇ ਪ੍ਰੋਜੈਕਟ ਦੀ ਗੱਲ ਤੁਸੀਂ ਕਰ ਰਹੇ ਸੋ। ਕਿਹੜਾ ਨਵਾਂ ਪ੍ਰੋਜੈਕਟ ਜਿਹੜਾ ਹੈ ਤੁਹਾਡੇ ਕੋਲ ਇਸ ਵੇਲੇ ਹੈ? ਕਿਉਂਕਿ ਮਾੜਾ ਜਿਹਾ ਇਸ਼ਾਰਾ ਤੁਸੀਂ ਉਦੋਂ ਕੀਤਾ ਸੀ। ਹਾਂ ਬਿਲਕੁਲ, ਕਾਫੀ ਇੰਪੋਰਟੈਂਟ ਪ੍ਰੋਜੈਕਟ ਹੈ, ਇਸ ਲਈ ਮੈਂ ਇਹਦੇ ਬਾਰੇ ਗੱਲ ਕਰਨਾ ਚਾਹੁੰਦੀ ਸੀ। ਜੈਂਡਰ ਬੇਸਡ ਵਾਇਲੈਂਸ ਜਿਹੜੇ ਸਾਊਥ ਏਸ਼ੀਅਨ ਵਿਮਨ ਹੈਗੀਆਂ। ਜੈਂਡਰ ਬੇਸਡ ਵਾਇਲੈਂਸ? ਹਾਂਜੀ, ਜੈਂਡਰ ਬੇਸਡ ਵਾਇਲੈਂਸ ਦੇ ਉੱਤੇ ਹੈਗਾ। ਇਹ ਕੀ ਹੁੰਦੀ ਜੈਂਡਰ ਵਾਇਲੈਂਸ? ਜੈਂਡਰ ਬੇਸਡ ਵਾਇਲੈਂਸ ਜੈਂਡਰ ਦੇ ਬੇਸ ਦੇ ਉੱਤੇ, ਸ਼ੁਰੂ ਅਸੀਂ ਜੈਂਡਰ ਬੇਸਡ ਡਿਸਕ੍ਰਿਮੀਨੇਸ਼ਨ ਤੋਂ ਕਰ ਸਕਦੇ ਹਾਂ, ਬਿਕਾਜ਼ ਜੇ ਕਿਸੇ ਦੇ ਉੱਤੇ ਜੈਂਡਰ ਦੇ ਕਰਕੇ ਉਹਨਾਂ ਨਾਲ ਜ਼ਿਆਦਤੀ ਹੋਏ ਜਾਂ ਫਿਰ ਕੁਛ ਹਾਰਮਫੁਲ ਚੀਜ਼ ਹੋਏ, ਉਹਨੂੰ ਅਸੀਂ ਵਾਇਲੈਂਸ ਵੀ ਕਹਿ ਦਿੰਦੇ ਹਾਂ ਕਿ ਜੈਂਡਰ ਦੇ ਬੇਸ ਤੇ ਵਾਇਲੈਂਸ ਹੋਇਆ। ਜਿਵੇਂ ਮੈਨੂੰ ਲੱਗਦਾ ਮੈਨੂੰ ਸਮਝ ਲੱਗੀ ਹੈ ਥੋੜੀ ਜਿਹੀ ਕਿ ਜੈਂਡਰ ਦਾ ਮਤਲਬ ਹੁੰਦਾ ਹੈ ਕਿ ਬਈ ਆਦਮੀ ਤੇ ਔਰਤ ਦਾ ਵਿਤਕਰਾ ਕਰਨਾ, ਘਰ ਦੇ ਵਿੱਚ ਕੁੜੀ ਤੇ ਮੁੰਡੇ ਦਾ ਵਿਤਕਰਾ ਕਰਨਾ, ਹੈ ਨਾ। ਜੈਂਡਰ ਨਸਲੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਇਹ ਇਸ ਨਸਲ ਦਾ ਹੈ, ਇਸ ਨਸਲ ਦਾ, ਇਹ ਵੀ ਵਿਤਕਰੇ ਹੁੰਦੇ ਨੇ। ਪਰ ਜਦੋਂ ਅਸੀਂ ਕਿਉਂਕਿ ਪਰਿਵਾਰ ਨਾਲ ਜੁੜੀ ਗੱਲ ਕਰਦੇ ਹਾਂ ਤੇ ਜੈਂਡਰ ਦਾ ਮਤਲਬ ਕਿ ਮੈਨ ਐਂਡ ਵੀਮਨ ਦਾ ਆਪਸ ਦੇ ਵਿੱਚ ਜਿਹੜਾ ਡਿਸਕ੍ਰਿਮੀਨੇਸ਼ਨ, ਉਹਦੇ ਨਾਲ ਅੰਤਰ ਕਰਨਾ, ਉਹਦੇ ਨਾਲ ਵਿਤਕਰਾ ਕਰਨਾ। ਸੋ ਜੈਂਡਰ ਬੇਸਡ ਡਿਸਕ੍ਰਿਮੀਨੇਸ਼ਨ ਜਿਹੜਾ ਵਾ, ਇਹਦੇ ਸੰਬੰਧੀ ਤੁਹਾਡਾ ਪ੍ਰੋਜੈਕਟ ਹੈ ਕਿ ਜੈਂਡਰ ਬੇਸਡ ਵਾਇਲੈਂਸ ਕੀ ਹੁੰਦੀ ਆ, ਕਿ ਇਸ ਆਧਾਰ ਦੇ ਉੱਪਰ ਮਰਦ ਤੇ ਔਰਤ ਦੇ ਫਰਕ ਦੇ ਨਾਲ ਜੋ ਕਿਸੇ ਦੇ ਨਾਲ ਵਧੀਕੀ ਕੀਤੀ ਜਾਂਦੀ ਹੈ। ਬਿਲਕੁਲ। ਸੋ ਜਿਹੜੀ ਜੈਂਡਰ ਬੇਸਡ ਡਿਸਕ੍ਰਿਮੀਨੇਸ਼ਨ ਉਹਦੀ ਜੜ ਹੈਗੀ ਹੈ, ਉਹਦੇ ਕਰਕੇ ਜੈਂਡਰ ਬੇਸਡ ਵਾਇਲੈਂਸ ਹੁੰਦਾ ਵਾ। ਸੋ ਇਹ ਸਮਝਣ ਦਾ ਥੋੜਾ ਇੰਟਰਸਟਿੰਗ ਹੈ ਕਿ ਜੈਂਡਰ ਬੇਸਡ ਵਾਇਲੈਂਸ ਉਦੋਂ ਹੀ ਹੁੰਦਾ ਜਦੋਂ ਜੈਂਡਰ ਬੇਸਡ ਇਨਇਕੁਐਲਿਟੀ ਹੈਗੀ ਹੈ। ਜੇ ਦੋ ਜੈਂਡਰ ਨੂੰ, ਜੇ ਤੁਸੀਂ ਦੋ ਜੈਂਡਰ ਦੀ ਗੱਲ ਕਰੋ, ਮੇਲ ਐਂਡ ਫੀਮੇਲ, ਉਹਨਾਂ ਨੂੰ ਇਕੁਅਲੀ ਨਹੀਂ ਦੇਖਿਆ ਜਾਂਦਾ, ਉਹਨਾਂ ਨੂੰ ਇਕੁਅਲੀ ਟਰੀਟ ਨਹੀਂ ਕੀਤਾ ਜਾਂਦਾ। ਜਦੋਂ ਇਹ ਹੁੰਦਾ ਫਿਰ ਇਹ ਵੱਧ ਕੇ ਵਾਇਲੈਂਸ ਹੋ ਜਾਂਦਾ ਕਦੇ ਕਦੇ। ਸੋ ਕੀ ਤੁਸੀਂ ਘਰਾਂ ਦੀ ਗੱਲ ਕਰ ਰਹੇ ਹੋ? ਜਨਰਲੀ ਅਸੀਂ ਜਦੋਂ ਜਿਹੜਾ ਇਹ ਸਟੱਡੀ ਕਰ ਰਹੇ ਹਾਂ ਉਹ ਥੋੜ੍ਹਾ ਜਿਹਾ ਘਰਾਂ ਦੇ ਫੋਕਸ ਹੈਗਾ, ਕਿਉਂਕਿ ਇੱਥੇ ਜਿਹੜੀ ਸਾਊਥ ਏਸ਼ੀਅਨ ਵਿਮਨ ਕੈਨੇਡਾ ਹੈਗੀਆਂ, ਉਹਨਾਂ ਨਾਲ ਜੇ ਕੋਈ ਅਬਿਊਜ਼ ਜਾਂ ਜੈਂਡਰ ਬੇਸਡ ਵਾਇਲੈਂਸ ਹੁੰਦਾ ਜਾਂ ਡੋਮੈਸਟਿਕ ਵਾਇਲੈਂਸ ਵੀ ਉਹਦੇ ਥੱਲੇ ਹੀ ਆ ਜਾਂਦਾ, ਇਹ ਚੀਜ਼ਾਂ ਉਹਨਾਂ ਨਾਲ ਹੁੰਦੀਆਂ ਤੇ ਉਹ ਕਿਵੇਂ ਜਾ ਕੇ ਹੈਲਪ ਲੈਂਦੀਆਂ ਜਾਂ ਕਿੱਥੇ ਜਾਂਦੀਆਂ? ਉਹਨਾਂ ਨੂੰ ਪਤਾ ਕਿ ਇੱਥੇ ਕਿੱਥੇ ਜਾਣਾ, ਜਾਂ ਆਦੇ ਕਨਫਿਊਜ਼ਡ ਕਿ ਸਾਡੇ ਇੱਥੇ ਹੈਲਪ ਹੁੰਦੀ ਹੈ ਜਾਂ ਹੈਲਪ ਹੈ ਨਹੀਂ, ਜਾਂ ਕਦੇ ਕਦੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਜਿਹੜਾ ਹੋ ਰਿਹਾ ਮੇਰੇ ਨਾਲ ਉਹ ਅਬਿਊਜ਼ ਹੈਗਾ ਜਾਂ ਠੀਕ ਹੈ। ਕਿਉਂਕਿ ਕਦੇ ਕਦੇ ਬਹੁਤ ਫਾਈਨ ਲਾਈਨ ਹੁੰਦੀ ਆ, ਕੋਈ ਬੰਦਾ ਤੁਹਾਨੂੰ ਫਾਈਨ ਲਾਈਨ 'ਤੇ ਕੰਟਰੋਲ ਜਾਂ ਕੁਛ ਕਰਦਾ, ਸੋ ਤੁਹਾਨੂੰ ਲੱਗਦਾ ਕਿ ਨਹੀਂ ਠੀਕ ਹੈਗੇ ਆ, ਇਹ ਮੈਨੂੰ ਮਾਰਦੇ ਤਾਂ ਨਹੀਂ, ਸੋ
ਠੀਕ ਆ ਮੈਨੂੰ ਹੁੰਦੀ, ਪਰ ਬਸ ਮਾਰਨਾ ਹੀ ਨਹੀਂ ਹੁੰਦਾ, ਰਾਈਟ? ਵਾਇਲੈਂਸ ਜਾਂ ਅਬਿਊਜ਼ ਬਹੁਤ ਡਿਫਰੈਂਟ ਟਾਈਪ ਦੇ ਹੁੰਦੇ, ਜਿਵੇਂ ਅਸੀਂ ਇਮੋਸ਼ਨਲ ਅਬਿਊਜ਼ ਦੇ ਬਾਰੇ ਗੱਲ ਕਰ ਸਕਦੇ ਹਾਂ। ਸੋ ਇਹ ਮੈਨੂੰ ਲੱਗਦਾ ਕਿ ਜਿਹੜੀ ਜੈਂਡਰ ਬੇਸਡ ਵਾਇਲੈਂਸ ਹੈਗੀ ਆ, ਇਹ ਤਾਂ ਸਾਡੇ ਸੱਭਿਆਚਾਰ ਦਾ ਇੱਕ ਹਿੱਸਾ ਹੀ ਹੈ। ਜੇ ਮੈਂ ਵਾਇਲੈਂਸ ਨਾ ਵੀ ਕਹਾਂ ਤਾਂ ਜੈਂਡਰ ਬੇਸਡ ਡਿਸਕ੍ਰਿਮੀਨੇਸ਼ਨ ਜਿਹੜੀ ਆ ਕਿ ਮੁੰਡੇ ਤੇ ਕੁੜੀ ਦੇ ਜਾਂ ਆਦਮੀ ਤੇ ਔਰਤ ਦੇ ਆਧਾਰ ਤੇ ਉੱਪਰ ਡਿਫਰੈਂਸ ਹੈ, ਚਾਹੇ ਇੱਕ ਮਹੀਨ ਜਾਂ ਡਿਫਰੈਂਸ ਹੈ, ਪਰ ਇਹਦੇ ਆਧਾਰ ਤੇ ਘਰਾਂ ਦੇ ਵਿੱਚ ਵਿਤਕਰਾ ਕਰਨਾ, ਮੈਨੂੰ ਨਾ ਆਪਣਾ ਬਚਪਨ ਚੇਤੇ ਆ ਰਿਹਾ ਕਿ ਜਦੋਂ ਸਾਡੀ ਦਾਦੀ ਰੋਟੀਆਂ ਵਰਤਾਉਂਦੀ ਹੁੰਦੀ ਸੀ ਹਨਾ, ਤੇ ਸਾਡੇ ਭਰਾਵਾਂ ਨੂੰ ਤੇ ਸਾਨੂੰ ਰੋਟੀਆਂ ਮਿਲਦੀਆਂ ਹੁੰਦੀਆਂ ਸੀ, ਤੇ ਸਾਡੇ ਭਰਾਵਾਂ ਨੂੰ ਤੇ ਦਾਲ 'ਚ ਘਿਓ ਪੈ ਜਾਂਦਾ ਸੀ, ਤੇ ਸਾਨੂੰ ਕਈ ਵਾਰੀ ਨਾ ਵੀ ਦੇਵੇ ਤੇ ਤਾਂ ਵੀ ਸਰ ਜਾਂਦਾ ਸੀ। ਉਹ ਕਹਿੰਦੀ ਕੁੜੀਆਂ ਨੂੰ ਨਹੀਂ ਜ਼ਿਆਦਾ ਦੇਈਦਾ ਹੁੰਦਾ, ਤੇ ਅਸੀਂ ਇਸੇ ਤਰ੍ਹਾਂ ਦੇ ਮਾਹੌਲ 'ਚ ਪਲੇ ਹੋਏ ਆ ਵੀ ਕੁੜੀਆਂ ਨੂੰ ਆ ਨਹੀਂ ਕਰੀਦਾ, ਕੁੜੀਆਂ ਸਿਰ ਤੇ ਚੁੰਨੀ ਲੈ ਕੇ ਰੱਖਦੀਆਂ, ਤੇ ਮੁੰਡੇ ਜਿਹੜੇ ਨੇ ਉਹਨਾਂ ਨੂੰ ਦਾਦੀ ਸਾਡੀ ਚੂਰੀ ਵੀ ਕੁੱਟ ਕੇ ਖਵਾਉਂਦੇ ਹੁੰਦੇ ਸੀ। ਸੋ ਇਹ ਇੱਕ ਵਿਤਕਰਾ ਜਿਹੜਾ ਮੈਨੂੰ ਲੱਗਦਾ ਹੈ ਕਿ ਸਾਡੇ ਸੱਭਿਆਚਾਰ ਦੇ ਵਿੱਚ ਇਹ ਰਲਿਆ ਹੀ ਹੋਇਆ, ਥੋੜਾ ਜਿਹਾ ਰਲਿਆ ਹੋਇਆ। ਤੇ ਇਸ ਮੁੱਦੇ ਉੱਤੇ ਥੋੜਾ ਜਿਹਾ ਅਸੀਂ ਐਂ ਵੀ ਦੇਖ ਸਕਦੇ ਹਾਂ, ਜਿਹੜੀ ਸਾਡਾ ਐਕਚੁਅਲ ਕਲਚਰ ਹੈਗਾ ਜਾਂ ਸਾਡੀ ਜਿਵੇਂ ਰਿਲੀਜਨ ਸਿੱਖੀ ਹੈਗੀ ਆ, ਜੋ ਵੀ ਜਾਂ ਜਿਹੜੀ ਵੀ ਰਿਲੀਜਨ ਤੋਂ ਤੁਸੀਂ ਆਉਂਦੇ ਹੋ, ਉਹ ਨਹੀਂ ਕਹਿੰਦੀ ਕਿ ਜੇ ਤੁਸੀਂ ਉਹ ਸੋਚੋ, ਉਹ ਕਦੇ ਨਹੀਂ ਕਹਿੰਦੀ ਕਿ ਤੁਸੀਂ ਦੋ ਹਿਊਮਨ ਬੀਇੰਗਸ ਦੇ ਵਿੱਚ ਡਿਫਰੈਂਸ ਕਰੋ, ਕਦੇ ਨਹੀਂ ਕਹਿੰਦੀ, ਰਾਈਟ? ਅਸੀਂ ਜਦੋਂ ਗੁਰਦੁਆਰੇ ਵੀ ਜਾਂਦੇ ਹਾਂ ਜਾਂ ਮੌਸਕ ਜਾਂਦੇ ਹਾਂ ਜਾਂ ਮੰਦਿਰ ਜਾਂਦੇ ਹਾਂ, ਸਾਰੇ ਇਹੀ ਕਹਿੰਦੇ ਕਿ ਸਾਰੇ ਸੇਮ ਆ। ਪਰ ਜਦੋਂ ਅਸੀਂ ਘਰੇ ਹੁੰਦੇ ਹਾਂ, ਜਿਹੜਾ ਫੈਮਿਲੀ ਦਾ ਕਲਚਰ ਆ, ਉਹ ਥੋੜਾ ਡਿਸਕ੍ਰਿਮੀਨੇਸ਼ਨ ਵਾਲਾ ਲੈ ਲਿਆ। ਸੋ ਅਸੀਂ ਇਹ ਜਿਹੜੇ ਕਲਚਰ ਨੂੰ ਯੂਜ਼ ਕਰਕੇ ਅਸੀਂ ਕਹਿੰਦੇ ਹਾਂ ਕਿ ਇਹ ਤਾਂ ਕਲਚਰ 'ਚ ਹੀ ਆ, ਤਾਂ ਇਸ ਲਈ ਆਏ ਕਰਦੇ ਹਾਂ। ਪਰ ਐਕਚੁਅਲੀ ਜੇ ਤੁਸੀਂ ਪਿੱਛੇ ਜਾ ਕੇ ਦੇਖੋ, ਜਦੋਂ ਸ਼ੁਰੂ ਹੋਏ ਸੀ ਸਾਡਾ ਸੱਭਿਆਚਾਰ ਜਾਂ ਕਲਚਰ, ਆਈ ਨਹੀਂ ਸ਼ੁਰੂ ਹੋਇਆ ਸੀ, ਹੌਲੀ ਹੌਲੀ ਇਹ ਚੇਂਜ ਹੋ ਗਿਆ, ਤੇ ਇਹ ਲੋਕ ਜ਼ਿਆਦਾ ਕਹਿਣ ਲੱਗੇ ਨਹੀਂ ਇਹ ਤਾਂ ਸਾਡਾ ਕਲਚਰ ਆ, ਸੋ ਤੂੰ ਆਏ ਕਰ। ਸੋ ਇਹ ਅਸੀਂ ਸਿੱਖਿਆ ਹੀ ਹੋਇਆ ਜਨਰੇਸ਼ਨ ਟੂ ਜਨਰੇਸ਼ਨ, ਸੋ ਸਿੱਖਿਆ ਹੋਇਆ, ਸੋ ਅਸੀਂ ਅਨਲਰਨ ਵੀ ਕਰ ਸਕਦੇ ਹਾਂ, ਇਹਨੂੰ ਆਪੋਜ਼ਿਟ ਵੀ ਕਰ ਸਕਦੇ ਹਾਂ। ਇਹ ਗੱਲ ਠੀਕ ਹੈ ਕਿ ਸਿੱਖੇ ਹੋਏ ਨੂੰ ਅਸੀਂ ਅਨਲਰਨ ਕਰ ਸਕਦੇ ਹਾਂ, ਉਹਨੂੰ ਅਸੀਂ ਕਹਿ ਸਕਦੇ ਹਾਂ ਕਿ ਉਸ ਨੂੰ ਅਣਗੌਲਿਆ ਕਰ ਸਕਦੇ ਹਾਂ, ਬਈ ਛੱਡੋ ਹੁਣ ਨਹੀਂ ਕਰਨਾ, ਪਹਿਲੋਂ ਕਰ ਲਿਆ ਜੋ ਕਰ ਲਿਆ, ਠੀਕ ਹੈ। ਸੋ ਅਸੀਂ ਉਹ ਅੱਗੇ ਜਾ ਕੇ ਚੇਂਜ ਕਰ ਸਕਦੇ ਹਾਂ। ਪਰ ਜੇ ਅਸੀਂ ਇਹ ਕਹਿ ਕੇ ਚੱਲੀਏ ਕਿ ਇਹ ਤਾਂ ਸਾਡਾ ਕਲਚਰ ਆ ਤੇ ਅਸੀਂ ਆਈ ਕਰਕੇ ਚੱਲਣਾ, ਉਹ ਥੋੜਾ ਅਸੀਂ ਆਪਦੀ ਜਿਹੜੀ ਚੀਜ਼ ਨੂੰ ਅੱਗੇ ਕਰਨ ਨੂੰ ਅਸੀਂ ਕਲਚਰ ਦਾ ਸਹਾਰਾ ਲੈ ਰਹੇ ਹਾਂ। ਉਹ ਜਿਹੜਾ ਤੁਹਾਡਾ ਪ੍ਰੋਜੈਕਟ ਹੈ, ਅਸੀਂ ਉਹਦੇ ਲਾਉਣੇ, ਫਿਰ ਇਸ ਜੈਂਡਰ ਡਿਸਕ੍ਰਿਮੀਨੇਸ਼ਨ ਤੇ ਮੈਨੂੰ ਲੱਗਦਾ ਹੋਰ ਵੀ ਮੈਨੂੰ ਗੱਲ ਕਰਨੀ ਪੈਣੀ ਆਪਾਂ ਨੂੰ, ਕਿ ਜਿਹੜਾ ਤੁਹਾਡਾ ਪ੍ਰੋਜੈਕਟ ਹੈ ਉਹਦੇ ਵਿੱਚ ਕੀ ਹੋ ਰਿਹਾ ਹੈ ਵੱਡੇ ਪੱਧਰ ਤੇ ਤੁਹਾਡੇ ਇਸ ਕੈਲਗਰੀ ਦੇ ਵਿੱਚ ਕਿਸ ਪੱਧਰ ਤੇ ਕੰਮ ਚੱਲ ਰਿਹਾ? ਸੋ ਅਸੀਂ ਥਰੂ ਆਊਟ ਕੈਨੇਡਾ ਵਾਈਡ ਅਸੀਂ 150 ਜਿਹੜੀ ਵਿਮਨ ਹੈਗੀ ਆ ਜਿਨ੍ਹਾਂ ਨੇ ਅਬਿਊਜ਼ ਜਾਂ ਕੁਛ ਡੋਮੈਸਟਿਕ ਇਸ਼ੂਜ਼ ਜਾਂ ਵਾਇਲੈਂਸ ਸਿਆ ਹੋਇਆ ਜਾਂ ਹੋਇਆ ਐਕਸਪੀਰੀਅੰਸ ਕੀਤਾ ਹੋਇਆ, ਸੋ ਉਹਨਾਂ ਨੂੰ ਅਸੀਂ ਲੱਭ ਰਹੇ ਹਾਂ, ਐਂਡ ਹੋਪਫੁਲੀ ਉਹਨਾਂ ਤੋਂ ਅਸੀਂ ਇੱਕ ਇੰਟਰਵਿਊ ਕਰਨਾ ਚਾਹੁੰਦੇ ਹਾਂ, ਉਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਕੀ ਹੋਇਆ ਤੁਹਾਡੇ ਨਾਲ, ਕਿੱਥੇ ਤੁਸੀਂ ਸਰਵਿਸਿਜ਼ ਲੱਭਣੀ ਚਾਹੀ ਤੇ ਕਿੱਥੇ ਤੁਹਾਨੂੰ ਔਖਾ ਲੱਗਿਆ, ਕੀ ਚੈਲੰਜਸ ਆਏ। ਸੋ ਅਸੀਂ ਇਹ ਜਾਣਨਾ ਚਾਹੁੰਦੇ ਹਾਂ, ਤੇ ਇਨਫੋਰਮੇਸ਼ਨ ਲੈ ਕੇ ਅਸੀਂ ਇੱਕ ਜਿਹੜੀ ਮੇਨ ਏਜੰਸੀ ਜਿਹੜੀ ਇਹ ਪ੍ਰੋਜੈਕਟ ਕਰ ਰਹੀ ਆ ਉਹਨਾਂ ਨੂੰ ਦੇਣਾ, ਤੇ ਉਹ ਐਨਾਲਾਈਜ਼ ਕਰਕੇ ਟੂਲਸ ਬਣਾਉਣਗੇ ਕਿ ਕਿਵੇਂ ਅਸੀਂ ਸਾਊਥ ਏਸ਼ੀਅਨ ਵਿਮਨ ਜਿਹੜੀ ਕੈਨੇਡਾ 'ਚ ਆ ਉਹਨਾਂ ਨੂੰ ਕਿਵੇਂ ਮਦਦ ਕਰ ਸਕਦੇ, ਕਿੱਥੇ ਮਦਦ ਦੀ ਲੋੜ ਆ, ਕਿੱਥੇ ਪੈਸੇ ਪਾਉਣ ਦੀ ਲੋੜ ਆ ਗਵਰਨਮੈਂਟ ਨੂੰ, ਕਿੱਥੇ ਪਾਲਿਸੀਜ਼ ਚੇਂਜ ਕਰਨ ਦੀ ਲੋੜ ਆ ਏਜੰਸੀਜ਼ ਨੂੰ ਜਾਂ ਫਿਰ ਜਿਹੜੀ ਮੇਨ ਸਟਰੀਮ ਸਰਵਿਸਿਜ਼ ਹੈਗੀਆਂ ਉਹਨਾਂ ਨੂੰ। ਸੋ ਇਹ ਸਾਰਾ ਜਾਣਨ ਲਈ ਅਸੀਂ ਚਾਹੁੰਦੇ ਹਾਂ ਕਿ ਉਹ ਜਿਹੜੀ 150 ਵੂਮਨ ਦੀ ਆਵਾਜ਼ ਸੁਣੀਏ। ਸੋ ਇਸ ਟਾਈਮ ਪੂਰੇ ਕੈਨੇਡਾ ਲੈਵਲ ਤੇ 150 ਵੂਮਨ, ਇਹ ਸਾਰੀਆਂ ਸਾਊਥ ਏਸ਼ੀਅਨ ਵੂਮਨ। ਸੋ ਅਸੀਂ ਕੈਲਗਰੀ 'ਚ ਕੋਸ਼ਿਸ਼ ਕਰ ਰਹੇ ਹਾਂ ਕਿ ਜੇ ਤੁਸੀਂ ਕੈਲਗਰੀ ਰਹਿੰਦੇ ਹੋ ਜਾਂ ਕਿਸੇ ਵੀ ਰਹਿੰਦੇ ਹੋ ਤੇ ਤੁਸੀਂ ਇਸ ਸਟੱਡੀ ਦਾ ਪਾਰਟ ਬਣਨਾ ਚਾਹੁੰਦੇ ਹੋ, ਆਪਦੀ ਵੌਇਸ ਹਰਡ ਕਰਨਾ ਚਾਹੁੰਦੇ ਹੋ, ਡੈਫੀਨੇਟਲੀ ਸਾਨੂੰ ਅਪਰੋਚ ਕਰੋ। ਅਸੀਂ ਤੁਹਾਡੀ ਆਵਾਜ਼ ਸੁਣਨਾ ਚਾਹੁੰਦੇ ਹਾਂ। ਵੀ ਨੀਡ ਟੂ ਨੋ ਕਿ ਤੁਸੀਂ ਕੀ ਕਹਿਣਾ ਵਾ, ਕੀ ਇਸ਼ੂਜ਼ ਹੋਏ ਆ, ਤੇ ਅਸੀਂ ਤੁਹਾਨੂੰ ਕੀ ਕਹਿੰਦੇ ਆ ਸਪੋਰਟ ਕਰਨਾ ਚਾਹੁੰਦੇ ਹਾਂ ਤੇ ਅੱਗੇ ਜਾ ਕੇ ਚੇਂਜ ਲਿਆਉਣਾ ਚਾਹੁੰਦੇ ਹਾਂ, ਸੋਸ਼ਲ ਚੇਂਜ। ਕਿਉਂਕਿ ਜੇ ਤੁਸੀਂ ਕੈਨੇਡਾ 'ਚ ਦੇਖੋ, ਆਈ ਨਹੀਂਗਾ ਕਿ ਇਹ ਜਿਹੇ ਇਸ਼ੂ ਸਿਰਫ ਸਾਡੀ ਕਮਿਊਨਿਟੀ 'ਚ ਹੀ ਹੁੰਦੇ ਆ, ਬਾਕੀ ਕਮਿਊਨਿਟੀਜ਼ 'ਚ ਵੀ ਹੁੰਦੇ ਆ, ਪਰ ਜਿਹੜੀ ਇੱਥੇ ਕਾਕੇਸ਼ੀਅਨ ਕਮਿਊਨਿਟੀ ਹੈਗੀ ਆ, ਉੱਥੇ ਜਿਹੜੀ ਵਿਮਨ ਆ ਉਹ ਥੋੜੀ ਆਊਟਸਪੋਕਨ ਹੈਗੀਆਂ, ਉਹ ਬੋਲਦੇ ਆ, ਉਹਨਾਂ ਨੇ ਦੱਸਿਆ ਕਿ ਇਹ ਹੁੰਦਾ ਸਾਡੇ ਨਾਲ, ਇੱਥੇ ਸਾਨੂੰ ਲੋੜ ਆ, ਇੱਥੇ ਸਾਨੂੰ ਪ੍ਰੋਬਲਮ ਆਈ, ਉਹਨਾਂ ਦਾ ਲੈਂਗੁਏਜ ਬੈਰੀਅਰ ਵੀ ਹੈ ਨਹੀਂਗਾ। ਸੋ ਇਸ ਕਰਕੇ ਜਿਹੜੀ ਗਵਰਨਮੈਂਟ ਆ ਨੇ ਉਹਨਾਂ ਲਈ ਸਰਵਿਸਿਜ਼ ਤਾਂ ਹੈਗੀਆਂ ਵਾ, ਪਰ ਜਿਹੜੀ ਸਾਡੀ ਕਮਿਊਨਿਟੀ ਹੈਗੀ ਆ ਉਹਨਾਂ ਲਈ ਉਹਨਾਂ ਨੂੰ ਪਤਾ ਨਹੀਂ ਕਿ ਕਿੱਥੇ ਅਸੀਂ ਕੀ ਸਰਵਿਸਿਜ਼ ਦਈਏ, ਕਿੱਥੇ ਪ੍ਰੋਬਲਮ ਆ ਰਹੀ ਹੈ। ਬਿਲਕੁਲ ਸਹੀ ਗੱਲ ਹੈ ਕਿ ਕਾਰਨ ਅਲੱਗ-ਅਲੱਗ ਹੋ ਸਕਦੇ ਆ ਹਰ ਆਪੋ ਆਪਣੀ ਕਮਿਊਨਿਟੀ ਦੇ। ਜਿਵੇਂ ਮੈਂ ਦੱਸਿਆ ਕਿ ਸਾਡੀ ਜਿਹੜੀ ਡਿਸਕ੍ਰਿਮੀਨੇਸ਼ਨ ਉਹ ਤੇ ਸਾਡੇ ਵੇ ਆਫ ਲਿਵਿੰਗ ਦਾ ਹਿੱਸਾ ਬਣ ਚੁੱਕੀ ਹੈ, ਤੇ ਵੋਕਲ ਕਿੱਥੋਂ ਹੋਣਗੀਆਂ ਸਾਡੀਆਂ ਔਰਤਾਂ? ਪਰ ਜਦੋਂ ਇਹ ਬਾਹਰ ਜਾਂਦੀਆਂ ਨੇ, ਵਰਕ ਪਲੇਸਿਸ ਤੇ ਜਾਂਦੀਆਂ ਹੋਣਗੀਆਂ, ਉੱਥੇ ਇਹਨਾਂ ਨੂੰ ਮਹਿਸੂਸ ਹੁੰਦਾ ਹੋਣਾ ਕਿ ਸਾਡੇ ਨਾਲ ਕੁਝ ਵਿਤਕਰਾ ਹੋ ਰਿਹਾ, ਤੇ ਫਿਰ ਸ਼ਾਇਦ ਹੌਲੀ-ਹੌਲੀ ਪਰ ਜਿਹੜੀ ਬੋਲਣ ਦੀ ਜ਼ਰੂਰਤ ਹੈ ਉਹ ਪੈਦਾ ਨਹੀਂ ਹੁੰਦੀ। ਬਿਲਕੁਲ। ਸੋ ਚਲੋ ਤੁਹਾਡੇ ਪ੍ਰੋਜੈਕਟ ਦੀ ਮੈਂ ਗੱਲ ਕਰਦੀ, ਤੁਹਾਡੇ ਪ੍ਰੋਜੈਕਟ ਦੇ ਵਿੱਚ ਤੁਹਾਨੂੰ ਉਹ ਵਿਮਨ ਚਾਹੀਦੀਆਂ ਨੇ ਜਿਨ੍ਹਾਂ ਨੇ ਇਹਦੇ ਵਿੱਚੋਂ ਬਾਹਰ ਨਿਕਲੀਆਂ ਹੋਣ, ਜਿਨ੍ਹਾਂ ਨੇ ਸਭ ਕਾਸੇ ਨੂੰ ਬਰਦਾਸ਼ਤ ਕੀਤਾ ਹੋਵੇ, ਤੇ ਉਹਨਾਂ ਨੂੰ ਇਹ ਜ਼ਰੂਰਤ ਹੈ
ਤੁਹਾਨੂੰ ਜਾਣਨ ਦੀ ਕਿ ਉਹਨਾਂ ਨੂੰ ਕਿੱਥੇ ਸਰਵਿਸਿਜ਼ ਮਿਲੀਆਂ, ਕਿੱਥੇ ਨਹੀਂ ਮਿਲੀਆਂ, ਕੀ ਉਹਨਾਂ ਨੂੰ ਲੈਂਗੁਏਜ ਬੈਰੀਅਰ ਆਇਆ ਜਾਂ ਕਿਸ ਤਰੀਕੇ ਨਾਲ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇਸ ਮੁਸ਼ਕਲ ਦੇ ਵਿੱਚੋਂ ਨਿਕਲਣ ਦੇ। ਬਿਲਕੁਲ। ਤੇ ਥੋੜਾ ਜਿਹਾ ਕੋਵਿਡ ਦਾ ਵੀ ਫੋਕਸ ਆ ਇਸ ਪ੍ਰੋਜੈਕਟ ਤੇ, ਬਿਕਾਜ਼ ਇੱਥੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਕੋਵਿਡ ਦੇ ਟਾਈਮ ਜੇ ਤੁਸੀਂ ਕੁਝ ਵਾਇਲੈਂਸ ਜਾਂ ਅਬਿਊਜ਼ ਜਾਂ ਸਰਵਿਸਿਜ਼ ਸੀਕ ਕਰਨ ਦੀ ਕੋਸ਼ਿਸ਼ ਕੀਤੀ, ਉੱਥੇ ਕੀ ਪ੍ਰੋਬਲਮਸ ਆਈਆਂ, ਰਾਈਟ? ਸੋ ਇਹ ਵੀ ਹੋ ਸਕਦਾ ਕਿ ਤੁਸੀਂ ਵਾਇਲੈਂਸ ਸਿਆ ਵਾ ਕਿਸੇ ਟਾਈਮ, ਜਾਂ ਇਹ ਵੀ ਹੋ ਸਕਦਾ ਕਿ ਪਿਛਲੇ 1-2 ਸਾਲ 'ਚ ਕੋਵਿਡ ਦੇ ਦਿਉਣੇ ਤੁਸੀਂ ਐਟਲੀਸਟ ਜਾਂ ਤਾਂ ਸਪੋਰਟ ਲੈਣ ਦੀ ਕੋਸ਼ਿਸ਼ ਕੀਤੀ, ਜਾਂ ਤਾਂ ਤੁਸੀਂ ਸਿੰਗਲ ਮਦਰ ਹੋ ਤੇ ਤੁਸੀਂ ਕੋਸ਼ਿਸ਼ ਕੀਤਾ, ਜਾਂ ਤੁਹਾਨੂੰ ਕੀ ਕਹਿੰਦੇ ਆ ਨਾਟ ਜਸਟ ਘਰੇਲੂ ਹਿੰਸਾ ਨਹੀਂ, ਬਾਹਰ ਵੀ ਜੇ ਤੁਹਾਨੂੰ ਕੁਝ ਇਸ਼ੂਜ਼ ਆਏ ਆ ਜੈਂਡਰ ਬੇਸ ਤੇ, ਉਹਦੇ ਵੀ ਅਸੀਂ ਗੱਲਾਂ ਕਰ ਸਕਦੇ ਹਾਂ। ਸੋ ਡੈਫੀਨੇਟਲੀ ਸਾਨੂੰ ਬਸ ਸਾਊਥ ਏਸ਼ੀਅਨ ਵਿਮਨ ਜਿਹੜੀ ਇਹਦੇ 'ਚੋਂ ਹਜੇ ਗੋ ਥਰੂ ਵੀ ਹੋ ਰਹੀਆਂ, ਜੇ ਉਹ ਵੀ ਸ਼ੇਅਰ ਕਰਨਾ ਚਾਹੇ ਉਹ ਇੱਕਦਮ ਓਪਨ ਹੈਗਾ। ਅਸੀਂ ਸਾਰਾ ਕੁਝ ਇਹਦੇ 'ਚ ਓਬਵੀਅਸਲੀ ਕੌਨਫੀਡੈਂਸ਼ੀਅਲ ਰੱਖਦੇ ਹਾਂ, ਨਾ ਉਹਨਾਂ ਦਾ ਨਾਂ, ਨਾ ਫੋਨ, ਜਾਂ ਨੋ ਡਿਟੇਲਸ, ਬਸ ਤੁਹਾਡੀ ਸਟੋਰੀ ਜਾਣਨਾ ਚਾਹੁੰਦੇ ਹਾਂ। ਜੀ ਬਿਲਕੁਲ ਜੀ। ਸੋ ਇਹ ਪ੍ਰੋਜੈਕਟ ਜਿਹੜਾ ਤੁਹਾਡਾ ਕਿੰਨਾ ਕੁ ਲੰਮਾ, ਕਿੰਨੀ ਕੁ ਦੇਰ ਦਾ ਹੈਗਾ? ਸੋ ਅਸੀਂ ਨੈਕਸਟ ਮੰਥ ਇੰਟਰਵਿਊਜ਼ ਰੈਪ ਅਪ ਇਸ ਮੰਥ ਜਿਹੜਾ ਆਈ ਥਿੰਕ ਨਵੰਬਰ 'ਚ, ਮਿਡ ਨਵੰਬਰ 'ਚ ਇੰਟਰਵਿਊਜ਼ ਰੈਪ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਹਦੇ ਬਾਅਦ ਅਸੀਂ ਸਾਰਾ ਡੇਟਾ ਗੈਦਰ ਕਰਨਾ। ਸੋ ਕਾਫੀ ਮਿਡਵੇ ਹੈਗੇ ਹਾਂ ਅਸੀਂ ਇਸ ਪ੍ਰੋਜੈਕਟ 'ਚ। ਬਿਲਕੁਲ। ਸੋ ਇਹ ਹੈਗਾ ਤੁਹਾਡਾ ਕਿ ਜੈਂਡਰ ਡਿਸਕ੍ਰਿਮੀਨੇਸ਼ਨ ਜਿਹੜਾ ਵਾ ਉਹ ਵਾਇਲੈਂਸ, ਉਹਦੇ ਸੰਬੰਧੀ ਤੁਸੀਂ ਜਾਣਕਾਰੀ ਲੈ ਰਹੇ ਹੋ। ਹਾਂਜੀ। ਤੇ ਜਦੋਂ ਅਸੀਂ ਜੈਂਡਰ ਡਿਸਕ੍ਰਿਮੀਨੇਸ਼ਨ ਦੀ ਗੱਲ ਕਰਦੇ ਹਾਂ ਤੇ ਤੁਹਾਨੂੰ ਲੱਗਦਾ ਕਿ ਆਪਣੇ ਘਰਾਂ ਦੇ ਵਿੱਚ ਜਿਹੜਾ ਜੈਂਡਰ ਡਿਸਕ੍ਰਿਮੀਨੇਸ਼ਨ ਹੈ ਉਹ ਕਿਸ ਕੁ ਹੱਦ ਤੱਕ ਹੁੰਦਾ? ਤੁਸੀਂ, ਤੁਹਾਡੇ ਕੋਲ ਕੋਈ ਹੈ ਅੰਦਾਜ਼ਾ ਇਸ ਗੱਲ ਦਾ ਕਿ ਅਸੀਂ ਵਾਇਲੈਂਸ ਦੀ ਗੱਲ ਕਰਦੇ ਹਾਂ, ਅਸੀਂ ਮੈਂਟਲ ਹੈਲਥ ਦੀ ਗੱਲ ਕਰਦੇ ਹਾਂ, ਅਸੀਂ ਐਡਿਕਸ਼ਨ ਦੀ ਗੱਲ ਕਰਦੇ ਹਾਂ, ਬੜੇ ਓਪਨ ਹੋ ਜਾਂਦੀਆਂ ਚੀਜ਼ਾਂ, ਹੈ ਨਾ? ਕੋਈ ਬਾਹਰ ਆ ਕੇ ਪਤਾ ਲੱਗ ਗਿਆ ਵੀ ਇਹਦੇ ਨਾਲ ਵਾਇਲੈਂਸ ਹੁੰਦੀ ਆ, ਕੋਈ ਐਡਿਕਸ਼ਨ ਦੀ ਹੈਲਪ ਲੈਣ ਆ ਗਿਆ ਪਤਾ ਲੱਗ ਗਿਆ, ਬਟ ਇਹ ਜਿਹੜੇ ਜੈਂਡਰ ਡਿਸਕ੍ਰਿਮੀਨੇਸ਼ਨ ਬੜੀ ਮਹੀਨ ਜੀ ਲਾਈਨ ਹੈ। ਕੀ ਤੁਹਾਨੂੰ ਪਤਾ ਲੱਗਦਾ ਕਿ ਸਾਡੇ ਕਮਿਊਨਿਟੀ ਦੇ ਵਿੱਚ ਕਿੰਨਾ ਕੁ ਜੈਂਡਰ ਡਿਸਕ੍ਰਿਮੀਨੇਸ਼ਨ ਹੁੰਦਾ ਜਿਹੜਾ ਤੁਹਾਡੇ ਤੱਕ ਪਹੁੰਚਦਾ ਹੋਵੇ? ਸਭ ਤੋਂ ਜ਼ਿਆਦਾ ਸਭ ਤੋਂ ਵੱਡੀ ਗੱਲ ਜਦੋਂ ਸਾਡੇ ਤੱਕ ਪਹੁੰਚਦੀ ਹੈ ਉਹ ਇਹ ਆ ਕਿ ਜਦੋਂ ਬੱਚੇ ਤੇ ਪੇਰੈਂਟਸ ਦਾ ਨਾਲ ਪ੍ਰੋਬਲਮਸ ਆਉਂਦੀਆਂ। ਸੋ ਜਦੋਂ ਕੁੜੀਆਂ ਵੱਡੀਆਂ ਹੋ ਜਾਂਦੀਆਂ, ਜਨਰਲੀ ਕੁੜੀਆਂ ਤੋਂ ਹੀ ਆਉਂਦਾ, ਬਿਕਾਜ਼ ਥੋੜ੍ਹਾ ਜਿਹਾ ਉਹ ਜਦੋਂ ਬਾਹਰ ਜਾਣ ਲੱਗ ਜਾਂਦੀਆਂ, ਇੱਥੋਂ ਦੇ ਫਰੈਂਡਸ ਨਾਲ ਮਿਕਸ ਹੁੰਦੀਆਂ, ਨੋਰਮਲ ਇੱਥੋਂ ਦੇ ਡਰੈਸਿਸ ਪਾਉਣ ਲੱਗ ਜਾਂਦੀਆਂ, ਫਿਰ ਜਿਹੜੇ ਫਾਦਰਸ ਹੁੰਦੇ ਆ ਜਾਂ ਫਿਰ ਮਦਰਸ ਵੀ ਹੋ ਸਕਦਾ, ਜਾਂ ਵੱਡੇ ਘਰ 'ਚ ਉਹ ਕਹਿਣ ਲੱਗ ਜਾਂਦੇ ਕਿ ਨਹੀਂ ਤੂੰ ਇਸ ਟਾਈਮ 'ਤੇ ਨਹੀਂ ਜਾਣਾ, ਮੁੰਡਾ ਠੀਕ ਆ ਚਲਾ ਗਿਆ, ਤੂੰ ਨਹੀਂ ਜਾਣਾ, ਤੂੰ ਆਏ ਨਹੀਂ ਪੈਣਾ ਇਹ ਕੱਪੜੇ। ਸੋ ਇਹ ਜਿਹੜੀ ਇੱਥੋਂ ਸ਼ੁਰੂ ਹੁੰਦਾ, ਫਿਰ ਉਹ ਬੱਚੇ ਵੀ ਇੱਥੇ ਜਿਹੜੇ ਰਹਿੰਦੇ ਆ ਕਹਿੰਦੇ ਮੈਂ ਕਿਉਂ, ਜੈਸਿਕਾ ਤਾਂ ਜਾਂਦੀ ਆ, ਮੈਂ ਕਿਉਂ ਨਹੀਂ ਜਾ ਸਕਦੀ, ਰਾਈਟ? ਸੋ ਇਹ ਚੀਜ਼ਾਂ ਗੱਲ ਕਰਕੇ ਇੱਥੇ ਕੌਨਫਲਿਕਟਸ ਕਾਫੀ ਹੋਣ ਲੱਗ ਜਾਂਦੇ ਸੀ। ਸੋ ਇਹ ਸਾਡੇ ਕੋਲ ਕਲਾਇੰਟਸ ਆਉਂਦੇ ਸੀ, ਜਾਂ ਤਾਂ ਪੇਰੈਂਟਸ ਆਉਂਦੇ ਸੀ, ਕਹਿੰਦੇ ਸੀ ਕਿ ਸਾਡੇ ਬੱਚੇ ਸਾਡੀ ਸੁਣਦੇ ਨਹੀਂ, ਜਾਂ ਬੱਚੇ ਆਉਂਦੇ ਆ ਯੰਗ ਐਂਡ ਟੀਨੇਜਰਸ ਵੀ ਨਹੀਂ ਹੁੰਦੇ, ਉਹ 22-23 ਵੀ ਹੋ ਸਕਦੇ ਆ, ਤੇ ਉਹ ਦੱਸਦੇ ਕਿ ਕਿਵੇਂ ਔਖਾ ਵਾ, ਮੇਰੇ ਪੇਰੈਂਟਸ ਨਾਲ ਬਣਦੀ ਨਹੀਂ। ਉਹ ਜਿਹੜਾ ਜਨਰੇਸ਼ਨਲ ਗੈਪ ਹੈਗਾ ਉਹ ਬਹੁਤ ਵੱਡਾ ਬਣ ਜਾਂਦਾ, ਤੇ ਕਿਉਂਕਿ ਜਿਹੜੇ ਬੱਚੇ ਇੱਥੇ ਜੰਮੇ ਹੋਏ ਆ ਉਹਨਾਂ ਦੀ ਥਿੰਕਿੰਗ ਡਿਫਰੈਂਟ ਹੁੰਦੀ ਆ, ਸੋ ਉਹ ਮਿਲਦੀਆਂ ਨਹੀਂ, ਤੇ ਨਾ ਪੇਰੈਂਟਸ ਟਾਈਮ ਲੈਂਦੇ ਆ ਕਿ ਉਹਨਾਂ ਨੂੰ ਸਿਖਾਈਏ ਕਿ ਅਸੀਂ ਇੰਡੀਆ 'ਚੋਂ ਹੈਗੇ ਆ, ਇਹ ਸਾਡਾ ਕਲਚਰ ਆ, ਇਹ ਸਾਡਾ ਬੈਕਗਰਾਊਂਡ, ਇਸ ਲਈ ਮੈਂ ਆ ਸਕਦਾ। ਉਹ ਆਪਦਾ ਟਾਈਮ ਲੈ ਕੇ ਬੱਚਿਆਂ ਨੂੰ ਸਿਖਾਉਂਦੇ ਨਹੀਂਗੇ ਨਾ। ਬੱਚੇ ਕਿੱਥੇ, ਉਹਨਾਂ ਦੇ ਕੋਲ ਕਿੱਥੇ ਟਾਈਮ ਆ, ਉਹ ਤਾਂ ਜਿਹੜਾ ਉਹਨਾਂ ਨੇ ਸਿੱਖਣਾ ਉਹ ਉਹਨਾਂ ਲਈ ਲਾਈਫ ਇਹੀ ਆ, ਰਾਈਟ? ਉਹਨਾਂ ਨੂੰ ਕੀ ਪਤਾ ਕਿ ਪੰਜਾਬ 'ਚ ਕਿਵੇਂ ਹੁੰਦਾ, ਕੀ ਹੁੰਦਾ। ਸੋ ਇਹ ਡਿਸਟੈਂਸ ਥੋੜ੍ਹਾ ਵੱਧਣ ਲੱਗ ਜਾਂਦਾ ਸੀ। ਸੋ ਅਸੀਂ ਪੈਰੈਂਟਿੰਗ ਕਾਉਂਸਲਿੰਗ ਦਿੰਦੇ ਸੀ ਬੱਚਿਆਂ ਨਾਲ, ਅਬਵ 18 ਐਟਲੀਸਟ ਜੇ ਹੈਗੇ ਆ ਉਹਨਾਂ ਨਾਲ ਗੱਲ ਕਰਕੇ ਉਹ ਇਹ ਜਿਹੜੀ ਫੈਮਿਲੀ ਕੌਨਫਲਿਕਟ ਬੱਚਿਆਂ ਨਾਲ ਹੁੰਦੀ ਸੀ, ਉਦੋਂ ਇਹ ਜੈਂਡਰ ਡਿਸਕ੍ਰਿਮੀਨੇਸ਼ਨ ਜਿਹੜਾ ਇੱਥੇ ਹੁੰਦਾ ਉਹ ਥੋੜ੍ਹਾ ਬਾਹਰ ਆਇਆ, ਤੇ ਸਾਨੂੰ ਥੋੜ੍ਹਾ ਆਈਡੀਆ ਹੋਇਆ ਕਿ ਕੀ ਪ੍ਰੋਬਲਮਸ ਹੁੰਦੀਆਂ ਸਾਡੇ ਕਮਿਊਨਿਟੀ। ਮਤਲਬ ਕਿ ਜਿਹੜੇ ਯੂਨੀਵਰਸਿਟੀ ਪੜ੍ਹਦੇ ਬੱਚੇ ਨੇ ਜਾਂ ਸਕੂਲ ਗੋਇੰਗ ਬੱਚੇ ਨੇ ਉਹ ਵੀ ਤੁਹਾਨੂੰ ਅਪਰੋਚ ਕਰਦੇ ਨੇ, ਇਹ ਡਾਕਟਰ ਦੇ ਥਰੂ ਜਾਂ ਕਿ ਆਪਣੇ ਆਪ ਵੀ ਆ ਜਾਂਦੇ? ਉਹ ਡਿਫਰੈਂਟ ਆ, ਯੂਜਲੀ ਕਦੇ ਫੈਮਿਲੀ ਮੈਂਬਰਸ ਵੀ ਹੁੰਦੇ ਆ। ਸੋ ਕਦੇ ਸਾਡੇ ਅਸੀਂ ਜੇ ਮਮ ਨੂੰ ਹੈਲਪ ਕੀਤਾ ਉਸ ਫੈਮਿਲੀ 'ਚ, ਜਾਂ ਡੈਡ ਨੂੰ ਹੈਲਪ ਕੀਤਾ ਥਰੂ ਐਡਿਕਸ਼ਨ ਜਾਂ ਸਮਥਿੰਗ, ਸੋ ਉਹਨਾਂ ਦੇ ਬੱਚੇ, ਉਹਨਾਂ ਨੂੰ ਪਤਾ ਕਿ ਇੱਥੇ ਹੈਗੀ ਆ, ਉਹ ਆ ਕੇ ਸਾਨੂੰ ਅਪਰੋਚ ਕਰਦੇ ਆ, ਜਾਂ ਕਦੇ ਆਪੇ ਉਹਨਾਂ ਨੇ ਕਿਤੇ ਰੇਡੀਓ 'ਤੇ ਸੁਣਿਆ, ਜਾਂ ਫਿਰ ਫਰੈਂਡਸ ਥਰੂ ਸੁਣਿਆ, ਜਾਂ ਡਾਕਟਰਸ ਦੇ ਥਰੂ ਵੀ ਆਉਂਦੇ ਆ। ਸੋ ਕਾਫੀ ਯੰਗ ਬੱਚੇ, ਯੰਗ ਪੀਪਲ ਵੀ ਆ ਜਾਂਦੇ ਆ। ਸੋ ਉਹਨਾਂ ਦਾ ਵੀ ਡਿਫਰੈਂਟ ਟਾਈਪ ਆਫ, ਸੋ ਅਸੀਂ ਦੋਨੋਂ ਜਨਰੇਸ਼ਨਸ ਨੂੰ ਕਾਉਂਸਲਿੰਗ ਦੇ ਕੇ ਅਸੀਂ ਹੋਪਫੁਲੀ ਥੋੜ੍ਹਾ ਮਿਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਓਬਵੀਅਸਲੀ ਬਹੁਤ ਕੁਛ ਸਿੱਖਣ ਨੂੰ ਹੈਗਾ ਸਾਡੇ ਕਲਚਰ, ਸਾਡੀ ਹਿਸਟਰੀ ਤੋਂ, ਤੇ ਇੱਥੇ ਵੀ ਬਹੁਤ ਕੁਛ ਸਿੱਖਣ ਨੂੰ ਹੈਗਾ ਜਿੱਥੇ ਫਰੀडम ਹੈਗਾ, ਤੇ ਜਿਵੇਂ ਵਧੀਆ ਸਹੂਲਤਾਂ ਹੈਗੀਆਂ ਫੈਮਿਲੀ ਲਾਈਫ ਲਈ, ਬੈਲੈਂਸ ਫੈਮਿਲੀ ਲਾਈਫ 'ਚ ਹੋਣਾ ਚਾਹੀਦਾ। ਸੋ ਦੋਨੇ ਕਲਚਰਸ ਕਾਫੀ ਵਧੀਆ ਚੀਜ਼ਾਂ। ਸੋ ਜੇ ਅਸੀਂ ਪੋਜ਼ਿਟਿਵ ਤੇ ਫੋਕਸ ਕਰੀਏ ਤੇ ਉਹ ਨਾਲ ਲੈ ਕੇ ਚੱਲੀਏ, ਦੈਨ ਬਹੁਤ ਵਧੀਆ ਫੈਮਿਲੀ ਲਾਈਫ ਅੱਗੇ ਹੋਊਗੀ। ਇੱਕ ਨਾ ਮੈਨੂੰ ਇੱਕ ਆਪਣੇ ਕਹਿੰਦੇ ਹੁੰਦੇ ਨਾ ਮਿੱਥ ਜਿਹੜੀ ਬਣੀ ਹੋਈ ਹੈ ਵੀ ਕਾਉਂਸਲਿੰਗ ਵਾਲਿਆਂ ਨੇ ਕੀ ਦੱਸਣਾ, ਸਾਨੂੰ ਤਾਂ ਆਪ ਪਤਾ ਹੀ ਹੈ ਸਾਰਾ। ਤੁਹਾਨੂੰ
ਕਿੰਨਾ ਕੁ ਅੰਦਾਜ਼ਾ ਹੈ ਕਿ ਕਾਉਂਸਲਿੰਗ ਦਾ ਕਿੰਨੇ ਕੁ ਲੋਕਾਂ ਨੂੰ ਫਾਇਦਾ ਹੋਇਆ, ਜਾਂ ਜਿਨ੍ਹਾਂ ਨੇ ਕਿਹਾ ਚੰਗਾ ਹੋਇਆ ਮੈਂ ਇੱਥੇ ਆ ਗਿਆ? ਨਹੀਂ, ਬਹੁਤ ਲੋਕਾਂ ਨੇ, ਸਪੈਸ਼ਲੀ ਜਿਹੜੇ ਕਦੇ ਕਦੇ ਬੱਚਿਆਂ ਦੇ ਆ ਜਾਂਦੇ ਆ ਨਾ ਚਾਈਲਡ ਐਂਡ ਫੈਮਿਲੀ ਸਰਵਿਸਿਜ਼ ਤੋਂ, ਲੋਕ ਆ ਕੇ ਸਾਨੂੰ ਕਹਿੰਦੇ ਆ ਕਿ ਤੁਸੀਂ ਸਾਨੂੰ ਦੱਸੋਗੇ ਕਿਵੇਂ ਆਪਦੇ ਬੱਚੇ ਪਾਲਣੇ ਆ, ਰਾਈਟ? ਸੋ ਇਹ ਸੁਣਨ ਨੂੰ ਵੀ ਮਿਲਿਆ। ਪਰ ਜਦੋਂ ਖਤਮ ਹੋ ਜਾਂਦਾ ਪ੍ਰੋਗਰਾਮ, ਅਸੀਂ ਉਹਨਾਂ ਨਾਲ ਕਾਉਂਸਲਿੰਗ ਕਰਦੇ ਹਾਂ, ਫਿਰ ਜਿਹੜੀ ਇਨਫੋਰਮੇਸ਼ਨ ਉਹਨਾਂ ਨੂੰ ਮਿਲ ਜਾਂਦੀ ਹੈ, ਉਹਦੇ ਬਾਅਦ ਉਹਨਾਂ ਨੂੰ ਲੱਗਦਾ ਕਿ ਕਾਸ਼ ਮੈਂ ਇਹ ਜਦੋਂ ਕੈਨੇਡਾ ਆਇਆ ਉਦੋਂ ਹੀ ਇੱਥੇ ਆ ਕੇ ਇਹ ਸਿੱਖ ਜਾਂਦਾ, ਫਿਰ ਮੈਂ ਇਸ ਪ੍ਰੋਬਲਮ 'ਚ ਪੈਂਦਾ ਹੀ ਨਹੀਂ, ਮੈਨੂੰ ਲਾਇਰ ਨੂੰ ਪੈਸੇ ਪੇ ਕਰਨੇ ਹੀ ਨਹੀਂ ਪੈਂਦੇ, ਅਸੀਂ ਇਸ ਮੁਸ਼ਕਿਲ 'ਚ ਪੈਂਦੇ ਹੀ ਨਹੀਂ, ਰਾਈਟ? ਸੋ ਇਹ ਕਿਉਂਕਿ ਇਹ ਇੱਕ ਡਿਫਰੈਂਟ ਕੰਟਰੀ ਹੈਗੀ ਆ, ਡਿਫਰੈਂਟ ਕਲਚਰ ਹੈਗਾ, ਅਸੀਂ ਇਹ ਨਹੀਂ ਸੋਚਦੇ ਕਿ ਸਾਡੇ ਉੱਤੇ ਅਸੀਂ ਇੰਡੀਆ 'ਚੋਂ ਆਏ ਹਾਂ, ਇੱਕਦਮ ਡਿਫਰੈਂਟ ਵੈਦਰ, ਕਲਚਰ, ਗਵਰਨਮੈਂਟ ਸਿਸਟਮ ਬਹੁਤ ਡਿਫਰੈਂਟ ਹੈਗਾ। ਅਸੀਂ ਸਿੱਧਾ ਉੱਥੋਂ ਇੱਥੇ ਆ ਗਏ ਨੈਕਸਟ ਡੇ ਇਨ ਕੈਨੇਡਾ, ਐਂਡ ਅਸੀਂ ਕੁਛ ਸੋਚਦੇ ਹੀ ਨਹੀਂ ਕਿ ਕਿੰਨਾ ਔਖਾ ਹੋਇਆ ਕਿ ਇਹ ਟ੍ਰਾਂਜ਼ੀਸ਼ਨ, ਇੱਕ ਚੇਂਜ, ਵੱਡਾ ਚੇਂਜ ਆਇਆ ਲਾਈਫ 'ਚ, ਉਹਨੂੰ ਕਿਵੇਂ ਅਸੀਂ ਐਡਜਸਟ ਕਰਨਾ, ਕੀ ਅਪਣਾਉਣਾ ਇੱਥੋਂ, ਕੀ ਆਪਦੀ ਟ੍ਰੈਡੀਸ਼ਨਸ ਰੱਖਣੀਆਂ, ਉਹ ਅਸੀਂ ਸੋਚਦੇ ਨਹੀਂ। ਅਸੀਂ ਫਟਾਫਟ ਕੰਮ ਲੱਭਣ ਲੱਗ ਜਾਂਦੇ ਆ, ਘਰ ਪੇ ਆਫ ਕਰ ਦਿਓ, ਕਾਰ ਲੈ ਲਓ, ਬੱਚਿਆਂ ਦਾ ਵਿਆਹ ਦਿਓ, ਲਾਈਕ ਸਾਨੂੰ ਛੇਤੀ ਲੱਗੀ ਹੋਈ ਆ ਕਿ ਅਸੀਂ ਪੈਸਾ ਬਣਾ ਕੇ ਕੁਛ ਵੱਡਾ ਬਣਾ ਲਈਏ, ਪਰ ਅਸੀਂ ਆਪਦੀ ਮੈਂਟਲ ਹੈਲਥ ਅਤੇ ਉਹ ਜਿਹੜੀ ਟ੍ਰਾਂਜ਼ੀਸ਼ਨ ਹੋਈ ਆ ਉਹਨੂੰ ਟਾਈਮ ਨਹੀਂ ਦਿੰਦੇ। ਅਸੀਂ ਬੈਠ ਕੇ ਸੋਚਦੇ ਨਹੀਂ ਗਏ ਕਿ ਕਿੰਨਾ ਔਖਾ ਹੋਇਆ, ਹੁਣ ਮੈਂ ਇੱਥੇ ਆ ਕੇ ਕਿਵੇਂ ਰਹੂੰਗਾ, ਕੀ ਮੈਨੂੰ ਫੈਮਿਲੀ ਵੈਲਿਊਜ਼ ਹੁਣ ਤੁਹਾਨੂੰ ਚੇਂਜ ਕਰਨੀ ਪੈਂਦੀ ਹੈ, ਰਾਈਟ? ਕਿਉਂਕਿ ਤੁਸੀਂ ਡਿਫਰੈਂਟ ਸਰਾਊਂਡਿੰਗਸ 'ਚ ਆ ਗਏ ਹੋ, ਜਿਵੇਂ ਪੈਰੈਂਟ ਇੰਡੀਆ 'ਚ ਹੁੰਦੇ ਆ ਉਵੇਂ ਇੱਥੇ ਨਹੀਂ ਹੋ ਸਕਦੇ, ਇੱਥੋਂ ਦਾ ਡਿਫਰੈਂਟ ਕਲਚਰ ਹੈਗਾ, ਤੁਹਾਨੂੰ ਚੇਂਜ ਹੋਣਾ ਪੈਣਾ, ਰਾਈਟ? ਤਾਂ ਫਿਰ ਹੀ ਤੁਸੀਂ ਬੱਚਿਆਂ ਨਾਲ ਤੁਹਾਡੀ ਰਿਲੇਸ਼ਨਸ਼ਿਪ ਬਣ ਸਕਦੀ ਹੈ, ਉਹਨਾਂ ਨੂੰ ਸਮਝ ਸਕਦੇ ਹੋ। ਕੁਐਸਚਨ ਮੇਰੇ ਮਨ 'ਚ ਆ ਗਿਆ, ਮੈਂ ਲੱਗੀ ਹਾਂ ਕਿਉਂਕਿ ਟਾਈਮ ਸ਼ਾਇਦ ਸਾਡਾ ਲੰਘ ਜਾਵੇ, ਕਿ ਫੈਮਿਲੀ ਐਕਸਟੈਂਡਡ ਫੈਮਿਲੀ ਹੈ, ਐਕਸਟੈਂਡਡ ਫੈਮਿਲੀ ਦੇ ਵਿੱਚ ਦਾਦੇ ਦਾਦੀਆਂ, ਨਾਨੇ ਨਾਨੀਆਂ ਵੀ ਹੁੰਦੇ ਹਨ, ਮਤਲਬ ਕਿ ਸੱਸ ਸਹੁਰੇ ਕਹਿ ਲਓ ਜਾਂ ਮਾਂ ਪਿਓ ਹੁੰਦੇ ਨੇ। ਕੀ ਤੁਹਾਡੇ ਕੋਲ ਕਦੀ ਇਹੋ ਜਿਹੇ ਮਾਂ ਪਿਓ ਜਿਹੜੇ ਨੇ, ਦਾਦੇ ਦਾਦੀਆਂ ਜਾਂ ਨਾਨੇ ਨਾਨੀਆਂ ਨੇ, ਉਸ ਦੇ ਤੌਰ ਤੇ ਆਏ ਆ ਵੀ ਸਾਨੂੰ ਇੱਥੇ ਕੀ ਮੁਸ਼ਕਲਾਂ ਆਉਂਦੀਆਂ ਨੇ? ਘੱਟ, ਸਾਡੇ ਸੀਨੀਅਰ ਦਾ ਪ੍ਰੋਗਰਾਮ ਇੰਨਾ ਜ਼ਿਆਦਾ ਨਹੀਂ ਗਾ। ਕਦੇ ਕਦੇ ਆਉਂਦੇ ਆ ਅਤੇ ਸਾਨੂੰ ਕਹਿੰਦੇ ਆ ਕਿ ਮੇਰਾ ਬੇਟਾ ਜਾਂ ਮੇਰਾ ਪੋਤਾ ਜਾਂ ਡਰੱਗ ਕਰਦਾ, ਤਾਂ ਕਿਵੇਂ ਅਸੀਂ ਸਪੋਰਟ ਕਰ ਸਕੀਏ, ਇਹ ਚੀਜ਼ਾਂ ਆਉਂਦੇ ਆ। ਪਰ ਜਿਹੜੇ ਸਾਨੂੰ ਇਹ ਵੀ ਪਤਾ ਕਿ ਇੱਥੇ ਸੀਨੀਅਰਸ ਨੂੰ ਵੀ ਕਾਫੀ ਇਸ਼ੂਜ਼ ਹੈਗਾ, ਕਿਉਂਕਿ ਉਹਨਾਂ ਨੂੰ ਵੀ ਸੇਮ ਚੀਜ਼ 70 ਈਅਰ ਓਲਡ ਤੋਂ ਤੁਸੀਂ ਇੱਕਦਮ ਪੰਜਾਬ 'ਚ ਚੱਕ ਕੇ ਕੈਨੇਡਾ, ਕੈਲਗਰੀ 'ਚ ਆ ਕੇ ਬਿਠਾਤਾ, ਵੈਦਰ ਡਿਫਰੈਂਟ ਆ, ਸਾਰਾ ਕੁਛ ਡਿਫਰੈਂਟ ਆ, ਉਹਨਾਂ ਨੂੰ ਵੀ ਚੇਂਜ ਹੁੰਦੀ ਆ। ਪਰ ਅਨਫੋਰਚੂਨੇਟਲੀ ਸਾਡੇ ਕੋਲ ਇੰਨੇ ਆਉਂਦੇ ਨਹੀਂ ਗੇ ਫॉर ਨਾਓ। ਪਰ ਇਹ ਸਾਡੀ ਹੋਪ ਹੈਗੀ ਆ ਕਿ ਅਸੀਂ ਕੋਈ ਸੀਨੀਅਰਸ ਦਾ ਪ੍ਰੋਗਰਾਮ ਕਰੀਏ ਤਾਂ ਕਿ ਅਸੀਂ ਉਹਨਾਂ ਦੀ ਇਹ ਟ੍ਰਾਂਜ਼ੀਸ਼ਨ ਸੌਖੀ ਕਰ ਸਕੀਏ ਅਤੇ ਉਹਨਾਂ ਨੂੰ ਉਹ ਸਪੋਰਟ ਦੇ ਸਕੀਏ। ਆਈ ਥਿੰਕ ਇੱਥੇ ਕਮਿਊਨਿਟੀ 'ਚ ਇੱਕ ਬੜੀ ਵਧੀਆ ਗੱਲ ਆ, ਕਾਫੀ ਮੈਂ ਕਦੇ ਕਦੇ ਦੇਖਦੀ ਹਾਂ ਜਿਹੜੇ ਬਜ਼ੁਰਗ ਹੁੰਦੇ ਆ ਜਾਂ ਫਿਰ ਜਾਂ ਤਾਂ ਜਨਾਨੀਆਂ ਜਾਂ ਫਿਰ ਓਲਡਰ ਅੰਕਲ ਨਾਲੇ ਸਾਰੇ 3-4 ਮਿਲ ਕੇ ਵਾਕ ਲਈ ਜਾਂਦੇ ਆ, ਕਿਤੇ ਬੈਠ ਕੇ ਤਾਸ਼ ਤੂਸ਼ ਖੇਡਦੇ ਆ, ਉਹ ਦੇਖ ਕੇ ਮੈਨੂੰ ਬਹੁਤ ਵਧੀਆ ਲੱਗਦਾ। ਮੈਨੂੰ ਬਿਲਕੁਲ ਪੰਜਾਬ ਜੀ ਯਾਦ ਆ ਜਾਂਦੀ ਹੈ, ਕਿਉਂਕਿ ਉੱਥੇ ਮੈਂ ਦੇਖਿਆ ਹੁੰਦਾ ਹੈ ਆਏ ਬੈਠਦੇ ਹੁੰਦੇ ਆ ਲੋਕਾਂ ਨੂੰ। ਸੋ ਜੇ ਤੁਹਾਨੂੰ ਕਮਿਊਨਿਟੀ ਮਿਲ ਜਾਂਦੀ ਹੈ ਤੁਸੀਂ ਖੁਸ਼ ਹੁੰਦੇ ਹੋ, ਪਰ ਜੇ ਨਹੀਂ ਮਿਲਦੀ ਉਹ ਦੈਨ ਬਹੁਤ ਔਖਾ ਵਾ, ਕਿਉਂਕਿ ਨਹੀਂ ਤਾਂ ਤੁਸੀਂ ਅਨਵਾਂਟਡ ਜੇ ਅਨਯੂਜ਼ਫੁਲ ਫੀਲ ਹੁੰਦਾ, ਰਾਈਟ? ਕਿਉਂਕਿ ਇੰਡੀਆ 'ਚ ਤਾਂ ਫਿਰ ਵੀ ਆਈ ਥਿੰਕ ਲੋਕ ਪੁੱਛ ਲੈਂਦੇ ਆ ਕਿ ਪਾਪਾ ਜੀ ਇੱਥੇ ਮੈਂ ਆਏ ਕਰਨਾ, ਮੈਂ ਕਰ ਲਾਂ, ਤੁਸੀਂ ਮੈਨੂੰ ਇੱਥੇ ਆ ਕੇ ਉਹਨਾਂ ਦੀ ਜਿਹੜੀ ਵੀ ਉਹਨਾਂ ਨੇ ਇਨਫੋਰਮੇਸ਼ਨ ਗੈਦਰ ਕੀਤੀ ਆ, ਲਾਈਫ ਦਾ ਐਕਸਪੀਰੀਅੰਸ, ਇੱਥੇ ਆ ਕੇ ਆਲਮੋਸਟ ਉਹਨੂੰ ਲੱਗਦਾ ਕਿ ਹੈ ਹੀ ਨਹੀਂ ਮੇਰੇ, ਕਿਉਂਕਿ ਉਹਨਾਂ ਨੂੰ ਕੈਨੇਡਾ 'ਚ ਪਤਾ ਨਹੀਂ ਕੀ ਹੁੰਦਾ, ਕਿਵੇਂ ਹੁੰਦਾ। ਸੋ ਉਹ ਜ਼ਿਆਦਾ ਤਾਂ ਬੱਚਿਆਂ ਦਾ ਟਾਈਮ ਦੇਖਦੇ ਹੀ ਰਹਿੰਦੇ ਕਿ ਕਦੋਂ ਆਊਗਾ। ਜਿਵੇਂ ਹੁਣ ਕਾਰ ਨਵੀਂ ਲੈਣੀ ਹੈ, ਇੰਡੀਆ ਹੁੰਦੇ ਤੇ ਡੈਡੀ ਨੇ ਮੂਹਰੇ ਹੋਣਾ ਸੀਗਾ, ਇੱਥੇ ਕਾਰ ਨਵੀਂ ਲੈਣੀ ਹੈ, ਕਹਿੰਦਾ ਡੈਡੀ ਤੁਹਾਨੂੰ ਕੀ ਪਤਾ, ਮੈਂ ਆਨਲਾਈਨ ਚੈੱਕ ਕਰ ਲੂੰਗਾ, ਮੈਂ ਦੇਖ ਲਿਆ ਇਹ ਵਾਲੀ ਹੈਗੀ ਆ, ਇਹ 'ਚ ਮੈਂ ਆਪ ਪਸੰਦ ਕਰ ਲਈ। ਬਿਲਕੁਲ। ਫਿਰ ਮੈਨੂੰ ਲੱਗਦਾ ਕਿ ਡੈਡੀ ਜਿਹੜੇ ਨੇ ਉਹਦੇ ਮਨ ਤੇ ਕੀ ਗੁਜ਼ਰਦੀ ਹੈ ਉਹ ਡੈਡੀ ਹੀ ਵੇਖ ਸਕਦਾ। ਹਾਂ, ਉਹਨਾਂ ਨੂੰ ਹੀ ਪਤਾ ਲੱਗਦਾ। ਤਾਂ ਨਹੀਂ ਤੁਹਾਨੂੰ ਲੱਗਦਾ ਕਿ ਜਿਹੜੀਆਂ ਅਸੀਂ ਐਕਸਟੈਂਡਡ ਫੈਮਿਲੀ ਰਹਿ ਰਹੇ ਹਾਂ, ਮੋਸਟਲੀ ਅਸੀਂ ਕਹਿੰਦੇ ਕਾਕੇਸ਼ੀਅਨ ਫੈਮਿਲੀਜ਼ ਜਿਹੜੀ ਨੂੰ ਬਾਲੇ ਇਕੱਠੇ ਨਹੀਂ ਰਹਿੰਦੇ, 18 ਸਾਲ ਦਾ ਬੱਚਾ ਹੋਇਆ ਘਰੋਂ ਚੱਲ ਬਈ ਬਾਹਰ, ਜੇ ਰਹਿਣਾ ਤਾਂ ਕਿਰਾਇਆ ਦੇ ਕੇ ਰਹੋ, ਆਪਣੇ ਐਕਸਟੈਂਡਡ ਫੈਮਿਲੀ ਦਾ ਰਿਵਾਜ ਹੈ। ਕੀ ਤੁਹਾਨੂੰ ਲੱਗਦਾ ਕਿ ਐਕਸਟੈਂਡਡ ਫੈਮਿਲੀ ਦੇ ਨਾਲ ਘਰਾਂ ਦੇ ਵਿੱਚ ਡੋਮੈਸਟਿਕ ਵਾਇਲੈਂਸ ਵੱਧਦੀ? ਵੱਧਦੀ ਤਾਂ ਨਹੀਂ ਕਹਿ ਸਕਦੀ ਮੈਂ, ਪਰ ਇਨਫਲੂਐਂਸ ਡੈਫੀਨਿਟਲੀ ਹੁੰਦਾ ਵਾ। ਸੋ ਕਦੇ ਕਦੇ ਜਿਹੜੇ ਇਨ-ਲॉज ਹੈਗੇ ਆ, ਉਹਨਾਂ ਦੀ ਇੰਟਰਫੀਅਰੈਂਸ ਦੇ ਕਰਕੇ ਪ੍ਰੋਬਲਮਸ ਆਉਂਦੀਆਂ। ਸਾਡੇ ਕੋਲ ਕਾਫੀ ਕਲਾਇੰਟਸ ਹੈਗੇ ਆ ਜਿਹੜੇ ਕਹਿੰਦੇ ਆ ਮੇਰੇ ਤੇ ਮੇਰੇ ਹਸਬੈਂਡ ਦੀ ਰਿਲੇਸ਼ਨਸ਼ਿਪ ਠੀਕ ਆ, ਪਰ ਇਨ-ਲॉज ਦੇ ਕਰਕੇ ਪ੍ਰੋਬਲਮਸ ਆਉਂਦੀ ਆ ਜਿੰਨਾ ਉਹ ਪਰ ਇਹ ਆਪੋਜ਼ਿਟ ਵੀ ਹੈਗਾ। ਮੈਂ ਦੇਖਿਆ ਹਸਬੈਂਡ ਐਂਡ ਵਾਈਫ ਨਾਲ ਰਹਿੰਦੇ ਆ, ਅਤੇ ਜਿਹੜੇ ਉਹਨਾਂ ਦੇ ਹਸਬੈਂਡ ਦੇ ਪੇਰੈਂਟਸ ਆ ਉਹ ਇੰਡੀਆ ਬੈਠੇ ਆ, ਪਰ ਫਿਰ ਵੀ ਵਾਈਫ ਕਹਿੰਦੀ ਹੈ ਕਿ ਉਹਨਾਂ ਦੇ ਕਰਕੇ। ਸੋ ਜ਼ਰੂਰੀ ਨਹੀਂ
ਜੇ ਉਹ ਘਰ 'ਚ ਹੈਗੇ ਆ ਫੇਰ ਹੀ ਪ੍ਰੋਬਲਮ ਆ, ਉਹ ਉਹਨਾਂ ਦੇ ਨੇਚਰ ਤੇ ਡਿਪੈਂਡ ਕਰਦਾ। ਸੋ ਜੇ ਤੁਹਾਡੇ ਜਿਹੜੇ ਇਨ-ਲॉज ਹੈਗੇ ਆ ਉਹਨਾਂ ਦਾ ਨੇਚਰ ਹੈਗਾ ਕਿ ਸਭ ਕੁਝ ਕੰਟਰੋਲ ਕਰਨਾ, ਮੈਂ ਆਪਦੀ ਬੇਟੀ ਨੂੰ ਜਾਂ ਫਿਰ ਆਪਦੇ ਬੇਟੇ ਨੂੰ ਕੰਟਰੋਲ ਕਰਕੇ ਰੱਖਣਾ, ਫਿਰ ਜਿੱਥੇ ਮਰਜ਼ੀ ਹੋਣ ਉਹਨਾਂ ਦੇ ਕਰਕੇ ਡੋਮੈਸਟਿਕ ਵਾਇਲੈਂਸ ਹੋ ਹੀ ਜਾਂਦਾ। ਸੋ ਡੈਫੀਨਿਟਲੀ ਉਹਨਾਂ ਦੇ ਐਕਸਟੈਂਡਡ ਫੈਮਿਲੀ ਦੇ ਕਰਕੇ ਹੁੰਦਾ ਵਾ। ਪਰ ਜੇ ਮੈਨੂੰ ਇਹ ਵੀ ਪਤਾ ਕਿ ਬਹੁਤ ਸਾਰੀ ਐਕਸਟੈਂਡਡ ਫੈਮਿਲੀਜ਼ ਇੱਥੇ ਹੈਗੀਆਂ ਜਿਹੜੀ ਬਹੁਤ ਸਪੋਰਟਿਵ ਹੈਗੇ ਆ ਬੱਚਿਆਂ ਨੂੰ ਪੋਤਿਆਂ ਨੂੰ ਪੋਤੀਆਂ ਨੂੰ, ਉਹਨਾਂ ਨੂੰ ਬਹੁਤ ਥੈਂਕਫੁਲ ਸਪੋਰਟ ਵੀ ਮਿਲਦਾ ਵਾ। ਬਿਲਕੁਲ, ਬਹੁਤ ਅੱਛੀ ਗੱਲ ਤੁਸੀਂ ਦੱਸੀ ਹੈ, ਬਹੁਤ ਹੀ ਖੂਬਸੂਰਤ ਦੱਸੀ ਹੈ। ਕਿਉਂਕਿ ਮੇਰੇ ਵਰਗੇ ਕਹਿੰਦੀ ਅਸੀਂ ਤਾਂ ਕੁਝ ਕਹਿੰਦੇ ਨਹੀਂ, ਅਸੀਂ ਤੇ ਉੱਪ ਕਰਕੇ ਰਹਿੰਦੇ ਆ, ਨੌਕਰਾਂ ਵਾਂਗੂ ਕੰਮ ਕਰੀ ਜਾਂਦੇ ਆ। ਤੇ ਮੈਨੂੰ ਲੱਗਦਾ ਕਿ ਤਾਨੀਆ ਇਸ ਗੱਲ ਨੂੰ ਸਮਝ ਸਕਦੀ ਹੈ ਕਿ ਜੇ ਮੈਂ ਕਹਿ ਦਵਾਂ ਮੈਂ ਤਾਂ ਨੌਕਰਾਂ ਵਾਂਗੂ ਕੰਮ ਕਰੀ ਜਾਂਦੀ ਆ ਤੇ ਜਿਹੜਾ ਕੰਮ ਕੀਤਾ ਉਹ ਸਾਰੇ ਤੇ ਸਵਾਹ ਮਿੱਟੀ ਪੈ ਜਾਂਦੀ ਹੈ। ਸੋ ਤੁਸੀਂ ਆਪਣੇ ਆਪ ਨੂੰ ਨੌਕਰ ਸਮਝਦੇ ਹੋ ਤੇ ਇਹਦਾ ਮਤਲਬ ਕਿ ਤੁਸੀਂ ਆਪਣੇ ਆਪ ਨੂੰ ਡੀਗ੍ਰੇਡ ਕਰ ਰਹੇ ਹੋ, ਪਲੱਸ ਘਰ ਦੇ ਬਾਕੀ ਜੀਆਂ ਨੂੰ ਵੀ ਤੁਸੀਂ ਡੀਗ੍ਰੇਡ ਕਰ ਰਹੇ ਹੋ। ਸੋ ਤਾਨੀਆ, ਬੜਾ ਹੀ ਮਜ਼ਾ ਆ ਰਿਹਾ ਤੁਹਾਡੇ ਨਾਲ ਗੱਲਾਂ ਕਰਨ ਨੂੰ, ਤੇ ਮੈਂ ਚਾਹੁੰਦੀ ਆ ਕਿ ਇਸ ਤੋਂ ਪਹਿਲਾਂ ਕਿ ਆਪਾਂ ਛੁੱਟੀ ਲਈਏ ਤੁਸੀਂ ਸਾਨੂੰ ਇਹ ਦੱਸ ਦਿਓ, ਤੁਸੀਂ ਬਾਰ-ਬਾਰ ਕਹਿੰਦੇ ਸਾਡੇ ਕੋਲ ਆਓ ਸਾਡੇ ਕੋਲ ਆਓ, ਕਿਸ ਤਰ੍ਹਾਂ ਆਈਏ ਤੁਹਾਡੇ ਕੋਲ, ਕੀ ਨੰਬਰ ਦਿੰਦੇ ਹੋ ਜਾਂ ਕਿਸ ਤਰ੍ਹਾਂ ਕੰਟੈਕਟ ਜਿਹੜਾ ਤੁਹਾਡੇ ਨਾਲ ਕਰ ਸਕਦੇ ਆ? ਬਿਲਕੁਲ, ਸੋ ਸਾਡਾ ਮੇਨ ਲਾਈਨ ਨੰਬਰ ਹੈਗਾ 5879999312। ਇਹ ਸਾਡਾ ਮੇਨ ਲਾਈਨ ਹੈਗਾ। ਇਹਦੇ ਉੱਤੇ ਤੁਸੀਂ ਕਦੇ ਵੀ ਫੋਨ ਕਰ ਸਕਦੇ ਹੋ, ਤੇ ਜੇ ਸਾਡੇ ਇਨਟੇਕ ਵਰਕਰ ਚੱਕਦੇ ਆ ਉਹਨਾਂ ਨੂੰ ਆਪਦੇ ਇਸ਼ੂ ਦੱਸ ਸਕਦੇ ਹੋ ਤੇ ਸਪੋਰਟ ਲੈ ਸਕਦੇ ਹੋ। ਜੇ ਤੁਸੀਂ ਸਟੱਡੀ ਦਾ ਪਾਰਟ ਹੋਣਾ, ਤੁਸੀਂ ਇਸ ਨੰਬਰ ਤੇ ਕਾਲ ਕਰਕੇ ਉਹਨਾਂ ਨੂੰ ਇਹ ਦੱਸ ਸਕਦੇ ਹੋ ਕਿ ਤੁਸੀਂ ਇਸ ਜੈਂਡਰ ਬੇਸਡ ਵਾਇਲੈਂਸ ਸਟੱਡੀ ਦੇ ਪਾਰਟ ਲੈਣਾ ਚਾਹੁੰਦੇ ਹੋ। ਜੇ ਤੁਹਾਨੂੰ ਵੌਇਸ ਮੇਲ ਮਿਲਦੀ ਹੈ, ਪਲੀਜ਼ ਛੋਟਾ ਜਿਹਾ ਵੌਇਸ ਮੇਲ ਛੱਡ ਦਿਓ ਤੇ ਦੇ ਵਿਲ ਕੰਟੈਕਟ ਯੂ ਵਿਦਿਨ 48 ਆਵਰਸ। ਮਤਲਬ ਕਿ ਇਸੇ ਹੀ ਨੰਬਰ ਤੇ ਜੇਕਰ ਕੋਈ ਕਿਸੇ ਇਸ ਪ੍ਰੋਜੈਕਟ ਦੇ ਵਿੱਚ ਜੈਂਡਰ ਬੇਸਡ ਵਾਇਲੈਂਸ ਦੇ ਪ੍ਰੋਜੈਕਟ ਦੇ ਵਿੱਚ ਸ਼ਾਮਲ ਹੋ ਕੇ ਇਹ ਦੱਸਣਾ ਚਾਹੁੰਦਾ ਹੈ ਵੀ ਆਹ ਸੀਗਾ, ਮੈਨੂੰ ਇੱਥੇ ਮੁਸ਼ਕਲਾਂ ਆਈਆਂ, ਇਸ ਢੰਗ ਨਾਲ ਕਰਨਾ ਚਾਹੀਦਾ ਤਾਂ ਜੋ ਦੂਜਿਆਂ ਲਈ ਵਧੀਆ ਟੂਲਸ ਲੱਭ ਸਕਣ, ਤਾਂ ਵੀ ਤੁਸੀਂ ਇਸੇ ਨੰਬਰ ਤੇ ਬਿਲਕੁਲ 5879999312 587 999 9312 ਦੇ ਉੱਪਰ ਤੁਸੀਂ ਫੋਨ ਕਰੋ। ਜੇ ਸਿੱਧੀ ਗੱਲ ਨਹੀਂ ਹੁੰਦੀ ਤੇ ਆਪਣਾ ਮੈਸੇਜ ਛੱਡ ਦਿਓ, ਵਾਪਸ ਕਾਲ ਕਰੋਗੇ? ਯੈਸ, ਬਿਲਕੁਲ 48 ਆਵਰਸ ਦੇ ਵਿੱਚ ਉਹਨਾਂ ਨੂੰ ਕਾਲ ਆ ਜਾਊ। 48 ਆਵਰਸ ਦੇ ਵਿੱਚ ਤੁਸੀਂ 48 ਘੰਟਿਆਂ ਦੇ ਵਿੱਚ ਦੁਬਾਰਾ ਤੁਸੀਂ ਇੱਥੇ ਕਾਲ ਜ਼ਰੂਰ ਕਰੋਗੇ। ਬਿਲਕੁਲ। ਤੇ ਤਾਨੀਆ, ਮਾੜੀ ਜਿਹੀ ਇੱਕ ਨਿੱਕੀ ਗੱਲ ਜਾਂਦਿਆਂ ਜੇ ਕਿਸੇ ਨੇ ਕਾਉਂਸਲਰ ਬਣਨਾ ਹੋਵੇ ਤਾਂ ਤੇਰੇ ਵਾਂਗੂ ਕੀ ਪੜ੍ਹਾਈ ਕਰਨੀ ਪੈਂਦੀ ਹੈ? ਸੋ ਕਾਉਂਸਲਰ ਬਣਨ ਨੂੰ ਤੁਹਾਨੂੰ ਸਾਈਕੋਲੋਜੀ ਜਾਂ ਸੋਸ਼ਲ ਵਰਕ, ਸੋ ਸੋਸ਼ਲ ਵਰਕ ਤੁਸੀਂ ਸੋਸ਼ਲ ਵਰਕਰ ਬਣ ਸਕਦੇ ਹੋ। ਉਹ ਸੋਸ਼ਲ ਵਰਕ ਦਾ ਪ੍ਰੋਗਰਾਮ ਹੁੰਦਾ, ਜਾਂ ਜੇ ਤੁਹਾਨੂੰ ਕਾਉਂਸਲਿੰਗ ਸਾਈਕੋਲੋਜੀ ਦੇ ਵਿੱਚ ਜਾਣਾ ਫਿਰ ਤੁਸੀਂ ਸਾਈਕੋਲੋਜੀ ਬੈਚਲਰਸ ਮਾਸਟਰਸ ਤੇ ਰਜਿਸਟ੍ਰੇਸ਼ਨ ਇਨ ਸਾਈਕੋਲੋਜੀ ਕਰ ਸਕਦੇ ਹੋ। ਬਿਲਕੁਲ ਠੀਕ ਹੈ। ਤੁਸੀਂ ਇੱਕ ਵਧੀਆ ਕਾਉਂਸਲਰ ਬਣ ਸਕਦੇ ਹੋ, ਤੁਸੀਂ ਤਾਨੀਆ ਵਰਗੇ ਕਾਉਂਸਲਰ ਬਣ ਸਕਦੇ ਹੋ, ਤੁਸੀਂ ਲੋਕਾਂ ਦੇ ਨਾਲ ਸੰਪਰਕ ਕਰ ਸਕਦੇ ਹੋ, ਤੁਸੀਂ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰ ਸਕਦੇ ਹੋ, ਜਿਵੇਂ ਕਿ ਤਾਨੀਆ ਨੇ ਹੁਣੇ ਆਪਾਂ ਨੂੰ ਦੱਸਿਆ। ਤਾਨੀਆ, ਥੈਂਕ ਯੂ ਵੈਰੀ ਮੱਚ, ਸ਼ੁਕਰੀਆ ਬਹੁਤ ਬਹੁਤ ਤੇਰਾ ਕਿ ਤੂੰ ਆਈ, ਆਪਣੀ ਨਿੱਕੀ ਜਿਹੀ ਬੱਚੀ ਨੂੰ ਘਰ ਛੱਡ ਕੇ ਆਈ ਹੈ ਤੇ ਸਾਡੇ ਨਾਲ ਸਮਾਂ ਬਤਾਇਆ, ਸਾਡੇ ਦਰਸ਼ਕਾਂ ਦੇ ਨਾਲ ਬਹੁਤ ਕੁਝ ਸਾਂਝ ਪਾਈ ਹੈ। ਥੈਂਕ ਯੂ ਵੈਰੀ ਮੱਚ ਤਾਨੀਆ। ਥੈਂਕ ਯੂ ਗੁਰਚਰਨ ਜੀ। ਸਤਿ ਸ਼੍ਰੀ ਅਕਾਲ। ਇਹ ਸੀ ਸਾਡੇ ਨਾਲ ਤਾਨੀਆ ਭੁੱਲਰ ਜੀ, ਜਿਨ੍ਹਾਂ ਨੇ ਸਾਡੇ ਨਾਲ ਬਹੁਤ ਵਧੀਆ ਗੱਲਾਂ ਸਾਂਝੀਆਂ ਕੀਤੀਆਂ ਨੇ ਕਿ ਕਿਵੇਂ ਅਗਰ ਤੁਹਾਨੂੰ ਘਰ ਦੇ ਵਿੱਚ ਕੋਈ ਪ੍ਰੋਬਲਮ ਹੈ, ਕੋਈ ਮੁਸ਼ਕਲ ਹੈ, ਤਾਂ ਤੁਹਾਡੀ ਸੇਵਾ ਲਈ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਹਾਜ਼ਰ ਨੇ, ਜਿੱਥੇ ਤੁਸੀਂ ਹਰ ਪ੍ਰਕਾਰ ਦੀ ਕਾਉਂਸਲਿੰਗ ਦੀ ਸੇਵਾ ਲੈ ਸਕਦੇ ਹੋ ਤੇ ਆਪਣੀਆਂ ਮੁਸ਼ਕਲਾਂ ਦਾ ਹੱਲ ਲੱਭ ਸਕਦੇ ਹੋ। ਨਿੱਕੀ ਜਿਹੀ ਘਰ ਦੇ ਵਿੱਚ ਮੁਸ਼ਕਲ ਹੋਵੇ ਤਾਂ ਉਹ ਤੁਹਾਨੂੰ ਜੀਣ ਨਹੀਂ ਦਿੰਦੀ, ਲੱਗਦਾ ਇੰਝ ਹੁੰਦਾ ਚੱਲ ਕੋਈ ਨਾ ਸਭ ਠੀਕ ਹੋ ਜੂ, ਪਰ ਠੀਕ ਹੁੰਦਾ ਨਹੀਂ ਹੈ। ਉਹਨੂੰ ਠੀਕ ਕਰਨ ਵਾਸਤੇ ਡਾਕਟਰ ਕੋਲ ਜਾਣਾ ਪੈਂਦਾ ਤੇ ਇਹਨਾਂ ਬਿਮਾਰੀਆਂ ਦਾ ਡਾਕਟਰ ਇੱਕ ਕਾਉਂਸਲਰ ਹੀ ਹੋ ਸਕਦਾ ਹੈ। ਜਿਹੜਾ ਆਪਾਂ ਨੂੰ ਲੱਗਦਾ ਹੁੰਦਾ ਉਹਨਾਂ ਨੇ ਕੀ ਕਰਨਾ ਸਾਡੇ ਲਈ, ਬਹੁਤ ਕੁਝ ਕਰ ਸਕਦੇ ਨੇ, ਬਹੁਤ ਚੰਗੀਆਂ ਸੇਵਾਵਾਂ ਤੁਸੀਂ ਲੈ ਸਕਦੇ ਹੋ। ਸੋ ਇਹੋ ਜਿਹੇ ਪ੍ਰੋਗਰਾਮ ਤੁਹਾਡੇ ਲਈ ਲਾਹੇਵੰਦ ਹੁੰਦੇ ਨੇ, ਤੁਸੀਂ ਸੁਣਦੇ ਹੋ, ਤੁਹਾਡਾ ਵੀ ਸਾਰਿਆਂ ਦਾ ਧੰਨਵਾਦ। ਲੈਂਦੀ ਹਾਂ ਹੁਣ ਮੈਂ ਛੁੱਟੀ ਪੰਜਾਬੀ ਨੈਸ਼ਨਲ ਟੀਵੀ ਦੇ ਦਰਸ਼ਕਾਂ ਤੋਂ। ਮਿਲਾਂਗੇ ਫੇਰ ਅਗਲੇ ਕਿਸੇ ਹੋਰ ਗੈਸਟ ਦੇ ਨਾਲ ਅਗਲੇ ਪ੍ਰੋਗਰਾਮ ਦੇ ਵਿੱਚ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੇਖਦੇ ਰਹੋ ਪੰਜਾਬੀ ਨੈਸ਼ਨਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ। ਥੈਂਕ ਯੂ।